सत श्री अकाल जी, तुसीं देख रहे हो पंजाब मेल यूएसए टीवी। मैं सुखदीप कौर संधू लेके हाजिर प्रोग्राम पंजाब एब्रॉड। बहुत सारिया गल्लां हुंदियां ने प्रोग्राम दे विच कि बाहर तां जाना है ते एक डरावा भी हुंदा है। डरावा काहदा हुंदा है? इंटरव्यू दा। सारियां नूं एक डरावा ये हुंदा है कि इंटरव्यू लई जाना है। स्पैशल जे असीं यूएसए दी गल करिए कि इंटरव्यू देनी है, बहुत औखी है, पता नहीं की पुछ लेना, पता नहीं मेरी मैं दे पावांगा इंटरव्यू कि नहीं दे पावांगा। क्योंकि जिन्ना मर्जी तुहानूं आंसरिंग जिहड़ी है करनी आउंदी होवे, जिन्ना मर्जी तुहानूं बोलना आउंदा होवे, पर इंटरव्यू देण टाइम एक मन दे विच भै जिहड़ा है वो जरूर हुंदा है। अज असीं ਉਹੀ ਗੱਲਬਾਤ ਕਰਨੀ ਹੈ ਕਿ ਜੇ ਤੁਸੀਂ ਇੰਟਰਵਿਊ ਲਈ ਜਾਣਾ ਹੈ ਤੇ ਕਿੱਦਾਂ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਹੈ। ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਅਰਵਿੰਦਰਪਾਲ ਜੀ। ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਮੈਮ, ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜੀ ਖਾਸ ਸਾਡੀ ਅੱਜ ਪੇਸ਼ਕਸ਼ ਹੋਏਗੀ, ਜੋ ਅਸੀਂ ਗੱਲਬਾਤ ਕਰਨੀ ਹੈ ਇੰਟਰਵਿਊ ਦੇ ਸੰਬੰਧ ਦੇ ਵਿੱਚ ਹੋਏਗੀ। ਸੋ ਜਿਵੇਂ ਮੈਂ ਪਹਿਲਾਂ ਹੀ ਆਪਣੀ ਆਡੀਅנס ਨੂੰ ਦੱਸ ਦਿੱਤਾ, ਇੰਟਰਵਿਊ ਲਈ ਜਦੋਂ ਅਸੀਂ ਜਾਂਦੇ ਹਾਂ ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ? ਬੇਸਿਕਲੀ ਕਿਸੇ ਪਾਸੇ ਵੀ ਕੋਈ ਵੀ ਇੰਟਰਵਿਊ ਦਾ ਕੋਈ ਸਪੈਸੀਫਿਕ ਫਾਰਮੈਟ ਨਹੀਂ ਹੁੰਦਾ। ਅਗਰ ਅਸੀਂ ਯੂਐਸ ਦੀ ਜਨਰਲ ਜਿਹੜੀ ਇੰਟਰਵਿਊਜ਼ ਹੈ, ਜਿਹਨੂੰ ਅਸੀਂ B1 B2 ਕੈਟਾਗਰੀ ਦੇ ਵਿੱਚ ਕਹਿੰਦੇ ਹਾਂ, ਹਾਂਜੀ, ਜਸਟ ਵੀਜ਼ਾ ਆਫਿਸਰ ਲਈ ਤੁਸੀਂ ਇੱਕ ਅਣਜਾਣ ਸ਼ਖਸ ਹੋ ਔਰ ਵੀਜ਼ਾ ਆਫਿਸਰ ਦਾ ਸਿਰਫ ਤੇ ਸਿਰਫ ਤੁਹਾਡੇ ਨਾਲੇ ਥੋੜੀ ਬਹੁਤ ਤੁਹਾਡੀ ਬਾਰੇ ਜਾਣਕਾਰੀ ਹਾਸਲ ਕਰਨਾ ਹੀ ਉਹਦਾ ਮਕਸਦ ਹੈ। ਔਰ ਬਾਕੀ ਸਾਰੀ ਐਮਬੈਸੀਜ਼ ਵਾਂਗੂ ਤੁਹਾਡੇ ਬਹੁਤ ਸਾਰੇ ਡਾਕੂਮੈਂਟੇਸ਼ਨ ਪਹਿਲਾਂ ਜਮ੍ਹਾਂ ਨਹੀਂ ਹੋਈ ਪਈ, ਜਿਹਦਾ ਕਰਕੇ ਕਿ ਕਿਸੇ ਨੇ ਪਹਿਲਾਂ ਪ੍ਰੀ ਅਜ਼ਿਊਮ ਕਰਕੇ ਪਹਿਲਾਂ ਸਕਰੀਨ ਕਰਕੇ ਰੱਖਿਆ ਹੋਵੇ ਜੀ। ਸੋ ਐਪਲੀਕੈਂਟ ਵਿੰਡੋ ਤੇ ਪਹੁੰਚਦਾ ਦੋ ਚਾਰ ਗੱਲਾਂ ਕਰਦੇ। ਔਰ ਅਗਰ ਸਾਡੀ ਭਾਸ਼ਾ 'ਚ ਵੇਖਿਆ ਜਾਵੇ ਤਾਂ ਅਸੀਂ ਕਹਿੰਦੇ ਕਿ ਸਭ ਤੋਂ ਸੌਖੇ ਵੀਜ਼ਿਆਂ ਵਿੱਚੋਂ ਹੈ, ਕਿਉਂਕਿ ਇਹ ਗੱਲਾਂ ਗੱਲੀ ਬਾਤੀ ਲਿਆ ਜਾਂਦਾ ਹੈ। ਬਟ ਸਿਰਫ ਤੁਹਾਨੂੰ ਸਮਝ ਹੋਵੇ ਕਿ ਬੇਸਿਕਲੀ ਵੀ ਕਾਲ ਇਟ ਦਾ ਸਾਇੰਸ ਆਫ ਵੀਜ਼ਾ, ਸਾਇੰਟੀਫਿਕ ਪ੍ਰੋਸੈਸ ਹੈ, ਸਾਇੰਟੀਫਿਕ ਪ੍ਰੋਸੀਜਰ ਹੈ। ਉਹ ਅਸਲ 'ਚ ਇਹਦੇ ਵਿੱਚ ਕੋਈ ਮਟੀਰੀਅਲਿਸਟਿਕ ਤਰੀਕਾ ਨਹੀਂ ਹੈਗਾ, ਇਹ ਇੱਕ ਅਪਰੋਚ ਆ। ਸੋ ਲੌਜੀਕਲ ਸਾਇੰਟੀਫਿਕ ਅਪਰੋਚ ਹੈ। ਅਗਰ ਤੁਹਾਨੂੰ ਉਹਦੀ ਸਮਝ ਆ ਗਈ, ਫਿਰ ਦੁਨੀਆ ਦੀ ਸਭ ਤੋਂ ਸੌਖੀ ਇੰਟਰਵਿਊ ਹੈ ਔਰ ਦੁਨੀਆ ਦੇ ਸਭ ਤੋਂ ਸੌਖੇ ਵੀਜ਼ਾ ਵਿੱਚੋਂ ਹੈ ਇਹ ਜੀ। ਜਦੋਂ ਅਸੀਂ ਇੰਟਰਵਿਊ ਲਈ ਜਾਂਦੇ ਹਾਂ, ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਵੀਜ਼ਾ ਆਫਿਸਰ ਦੇ ਵੱਲੋਂ। ਸੋ ਪਹਿਲਾ ਸਵਾਲ ਕਈ ਵਾਰੀ ਇਹ ਪੁੱਛ ਲੈਂਦਾ ਹੈ ਕਿ ਤੁਸੀਂ ਕਿੱਥੇ ਜਾ ਰਹੇ ਹੋ। ਦੇਖੋ, ਓਬਵੀਅਸਲੀ ਸਾਡੇ ਸਟੂਡੈਂਟਸ ਜਾਂ ਸਾਡੇ ਜਿਹੜੇ ਟੂਰਿਸਟ ਆ ਉਹ ਬੇਸਿਕਲੀ ਇੱਥੇ ਸਟਰਕ ਹੋ ਜਾਂਦੇ। ਕਈ ਵਾਰੀ ਤੁਸੀਂ ਵੇਖਿਆ ਹੋਣਾ ਕਿ ਐਪਲੀਕੈਂਟ ਜਾਂਦਾ ਵੀਜ਼ਾ ਆਫਿਸਰ ਦੇ ਕੋਲ ਔਰ ਤੁਹਾਨੂੰ ਬਹੁਤ ਸਾਰੇ ਆ ਕੇ ਕਹਿੰਦੇ ਜੀ ਉਦੋਂ ਪੁੱਛਦੇ ਕੁਛ ਨਹੀਂ ਜੀ, ਉਹਨਾਂ ਨੇ ਪਹਿਲਾਂ ਹੀ ਮਨ ਬਣਾ ਰੱਖਿਆ ਸੀ, ਜੋ ਵੀਜ਼ਾ ਆਫਿਸਰ ਤੇ ਪਹਿਲਾਂ ਲੜ ਲੁੜ ਕੇ ਆਇਆ ਕਿਤੇ, ਉਹ ਜਾਂ ਪਹਿਲਾਂ ਹੀ ਕਿਸੇ ਨਾਲ ਖੱਪ ਕੇ ਬੈਠਾ, ਜਾਂ ਘਰ ਕੋਈ ਉਹਦਾ ਮਸਲਾ ਹੋਊਗਾ, ਕਿਉਂਕਿ ਸਾਡੀ ਤਾਂ ਸੁਣੀ ਨਹੀਂ ਉਹਨੇ, ਸਾਨੂੰ ਤਾਂ ਪੁੱਛਿਆ ਕੁਛ ਨਹੀਂ ਜੀ, ਸਾਨੂੰ ਤੋਰਤਾ। ਬਟ ਬੜੇ ਕਰੂਸ਼ੀਅਲ ਸਵਾਲ ਨੇ, ਜਿੱਦਾਂ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਟੈਕਨੀਕਲੀ ਇਹ ਨੋ ਈਚ ਅਦਰ ਆ। ਔਰ ਸਾਡੇ ਜਿੰਨੇ ਐਪਲੀਕੈਂਟਸ ਆ ਉਹ ਜਾਂਦੇ ਨੇ ਗਨ ਪੁਆਇੰਟ ਟ੍ਰਿਗਰ ਦੇ ਹਿਸਾਬ ਨਾਲ ਕਿ ਵੀਜ਼ਾ ਆਫਿਸਰ ਪੁੱਛੇਗਾ ਵੀ ਸੱਚ ਸੱਚ ਦੱਸ ਕੀ ਹੈ। ਔਰ ਸਾਡੇ ਸਟੂਡੈਂਟ ਰੋਬੋਟਿਕ ਜਾਂ ਜਿਹੜੇ ਟੂਰਿਸਟ ਨੇ ਉਹ ਸਧਾਰਨ ਲੋਕ ਨੇ, ਸੋ ਰੋਬੋਟਿਕ ਐਕਸਪ੍ਰੈਸ਼ਨਸ ਦੇ ਵਿੱਚ ਜਾ ਕੇ ਜਿਹੜੇ ਵੀਜ਼ਾਸ ਨੂੰ ਆਨਸਰ ਕਰਦੇ ਆ, ਔਰ ਜਿਹਦਾ ਕਰਕੇ ਇਹ ਇੰਟਰਵਿਊ ਥੋੜੀ ਮੁਸ਼ਕਲ ਲੱਗਦੀ ਹੈ ਜੀ। ਸੋ ਯੈਸ, ਜਿੱਦਾਂ ਤੁਸੀਂ ਪਹਿਲਾਂ ਪੁੱਛਿਆ ਕਿ ਵੀਜ਼ਾ ਆਫਿਸਰ ਨੂੰ ਤੁਹਾਡੇ ਬਾਰੇ ਕੁਝ ਨਹੀਂ ਪਤਾ, ਨਾ ਤੁਸੀਂ ਉਹਦੇ ਬਾਰੇ ਕੁਝ ਜਾਣਦੇ ਹੋ। ਸੋ ਕਿਸੇ ਨਾਲ ਕੋਈ ਵੱਟ ਸਾਂਝੀ ਤਾਂ ਹੈ ਨਹੀਂ ਕਿ ਕਿਸੇ ਨੇ ਤੁਹਾਡੇ ਨਾਲ ਕੋਈ ਲਾਗ ਡਾਟ ਰੱਖਣੀ ਤੇ ਫਿਰ ਤੁਹਾਨੂੰ ਮਤਲਬ ਵੀਜ਼ੇ ਦੀ ਕੈਟਾਗਰੀ 'ਚ ਕੋਈ ਨਾ ਕੋਈ ਫੇਲ ਕਰੇ। ਸੋ ਤੁਹਾਨੂੰ ਜਾਣਨ ਦੇ ਵਿੱਚ ਅਗਰ ਪਹਿਲੇ ਸਵਾਲਾਂ ਦੇ ਵਿੱਚੋਂ ਇਹ ਸ਼ੁਰੂਆਤੀ ਸਵਾਲ ਇਦਾਂ ਦਾ ਆਉਂਦਾ ਹੈ ਕਿ ਯੈਸ ਤੁਸੀਂ ਜਾ ਕਿੱਥੇ ਰਹੇ ਹੋ, ਔਰ ਬਲੀਵ ਮੀ 90% ਲੋਕ ਇਹਦਾ ਜਵਾਬ ਦੇਣਗੇ ਜੀ ਅਮਰੀਕਾ ਜੀ। ਔਰ ਇਹ ਗਲਤ ਜਵਾਬ ਨਹੀਂ, ਬੇਸਿਕਲੀ ਇਹ ਫਲੈਟ ਆਨਸਰ ਆ ਔਰ ਇਹ ਇੱਕ ਵੇਗ ਆਨਸਰ ਆ। ਔਰ ਵੇਗ ਦਾ ਮਤਲਬ ਹੈ ਕਿ ਇਹ ਥੋੜਾ ਧੁੰਦਲਾ ਆਨਸਰ ਹੈ, ਬਿਕੋਜ਼ ਯੂਐਸ ਇੰਨਾ ਕੁ ਵੱਡਾ ਡੈਸਟੀਨੇਸ਼ਨ ਹੈ ਕਿ ਜਦੋਂ ਅਸੀਂ ਵੀਜ਼ਾ ਆਫਿਸਰ ਦੇ ਕੋਲ ਜਾ ਕੇ ਸਿੱਧੀ ਗੱਲ ਕਰੇ ਕਿ ਅਮਰੀਕਾ ਚੱਲੇ, ਸੋ ਉੱਥੋਂ ਕੋਈ ਪਾਕਿਸਤਾਨ ਨੂੰ ਗੱਡੀ ਤੇ ਜਾਂਦੀ ਨਹੀਂ ਆ ਜੀ। ਸੋ ਅਮਰੀਕਾ ਦੀ ਐਮਬੈਸੀ 'ਚ ਆਪਾਂ ਖੜੇ ਹਾਂ। ਸੋ ਵੀਜ਼ਾ ਆਫਿਸਰ ਤਾਂ ਬੇਸਿਕਲ ਜਾਣਨਾ ਇਹ ਹੁੰਦਾ ਕਿ ਤੁਹਾਡੀ ਕਿਉਰਿਓਸਿਟੀ, ਤੁਹਾਡਾ ਪਰਪਸ, ਤੁਹਾਡਾ ਡੈਸਟੀਨੇਸ਼ਨ। ਸੋ ਡੈਸਟੀਨੇਸ਼ਨ ਤੋਂ ਭਾਵ ਆ ਕਿ ਤੁਹਾਡੀ ਕੋਈ ਸਟੇਟ, ਤੁਹਾਡਾ ਕੋਈ ਸਿਟੀ, ਤੁਹਾਨੂੰ ਜਿਹੜਾ ਕਿ ਪਿਨ ਪੁਆਇੰਟ ਕਰਕੇ ਦਿਸਦਾ ਹੋਵੇ ਜੀ। ਸੋ ਜਿੱਦਾਂ ਤੁਸੀਂ ਲਾਈਕ ਸ਼ਿਮਲਾ ਜਾ ਰਹੇ ਹੋ, ਬਹੁਤ ਕਲੀਅਰਲੀ ਸਮਝ ਲੱਗਦੀ ਕਿ ਯੈਸ ਸ਼ਿਮਲੇ ਦੀ ਗੱਲ ਹੋ ਰਹੀ ਹੈ। ਸੋ ਵੈਨ ਯੂ ਕਾਲ ਇਟ ਇੰਡੀਆ ਜਾ ਰਹੇ ਹਾਂ, ਇੰਡੀਆ ਵੀ ਕੋਈ ਛੋਟਾ ਨਹੀਂ ਹੈ। ਸੋ ਯੂਐਸ ਉਹ ਮੁਲਕ ਹੈ ਜਿਹਦੇ ਵਿੱਚ 5 ਟਾਈਮ ਜ਼ੋਨ ਨੇ। ਸੋ ਲੋਕਲ ਡੋਮੈਸਟਿਕ ਫਲਾਈਟ 8-8 ਘੰਟੇ ਦੀਆਂ, 10-10 ਘੰਟੇ ਦੀਆਂ ਲੋਕਲ ਡੋਮੈਸਟਿਕ ਫਲਾਈਟਸ ਨੇ। ਸੋ ਜਦੋਂ ਅਸੀਂ ਅੰਦਾਜ਼ੇ ਨਾਲ ਗੱਲ ਕਰਦੇ ਹਾਂ, ਇਹਦਾ ਮਤਲਬ ਸਾਡੀ ਲਈ ਵੀਜ਼ਾ ਪ੍ਰਾਇੋਰਟੀ ਆ, ਪਰਪਸ ਪ੍ਰਾਇੋਰਟੀ ਨਹੀਂ ਹੈ। ਬਿਲਕੁਲ। ਸੋ ਇਸ ਕਰਕੇ ਸਾਨੂੰ ਥੋੜਾ ਬਹੁਤ ਕੇਅਰਫੁਲ ਹੋ ਕੇ ਜਵਾਬ ਦੇਣੇ ਪੈਣਗੇ। ਤੁਸੀਂ ਆਪੋ ਆਪਣਾ ਡੈਸਟੀਨੇਸ਼ਨ ਦੱਸੋ, ਆਪੋ ਆਪਣਾ ਸਿਟੀ ਦੱਸੋ। ਅਗਰ ਹੋ ਨਹੀਂ ਸਿਟੀ ਹੈਗਾ, ਕਮ ਸੇ ਕਮ ਸਟੇਟ ਨੂੰ ਜ਼ਰੂਰ ਸਪੈਸੀਫਿਕਲੀ ਲੈ ਕੇ ਚੱਲੋ। ਨਹੀਂ ਤਾਂ ਤੁਸੀਂ ਵੇਖੋਗੇ ਕਈ ਵਾਰੀ ਇੱਥੋਂ ਡੀਰੇਲਮੈਂਟ ਹੋ ਜਾਂਦੀ ਹੈ। ਮਤਲਬ ਵੀਜ਼ਾ ਆਫਿਸਰ ਇਸ ਤੋਂ ਅੱਗੇ ਵੱਧਦਾ ਹੀ ਨਹੀਂ ਕਈ ਵਾਰੀ ਕਿ ਓਕੇ ਜੀ ਸਮਝ ਲੱਗ ਗਏ, ਸੱਟਾ ਮਾਰਨਾ ਸੀ, ਠੀਕ ਹੈ ਜੀ, ਓਕੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਸੋ ਇੱਥੋਂ ਸਾਨੂੰ ਲੱਗਦਾ ਕਿ ਸ਼ਾਇਦ ਸਾਡੀ ਸੁਣਵਾਈ ਨਹੀਂ ਹੋਈ। ਸੋ ਔਰ ਜਿੰਨੇ ਵੀ ਇਸ ਇੰਟਰਵਿਊ ਦੇ ਬੇਸਿਕਲੀ ਸਭ ਨੂੰ ਲੱਗਦਾ ਕਿ ਇੰਟਰਵਿਊ ਦਾ ਕੋਈ ਸਪੈਸੀਫਿਕ ਫਾਰਮੈਟ ਹੈ, ਸਰਾਸਰ ਗਲਤ ਹੈ। ਇਸ ਇੰਟਰਵਿਊ ਦੇ ਡਰਾਈਵਰ ਤੁਸੀਂ ਖੁਦ ਹੋ।
ਸੋ ਤੁਸੀਂ ਡਿਸਾਈਡ ਕਰਦੇ ਹੋ ਕਿ ਤੁਹਾਡੇ ਕੋਲੋਂ ਕੀ ਪੁੱਛਿਆ ਜਾਵੇ ਬਿਲਕੁਲ ਬਿਕੋਜ਼ ਜੋ ਤੁਸੀਂ ਜਵਾਬ ਦਵੋਗੇ ਉਹ that is going to be the next question ਸੋ ਵੀਜ਼ਾ ਆਫੀਸਰ ਦੇ ਕੋਲ ਕੋਈ ਸਕ੍ਰਿਪਟ ਨਹੀਂ ਹੈ ਸੋ ਜੋ ਤੁਸੀਂ ਜਵਾਬ ਦੇਈ ਚੱਲੋਗੇ ਸੋ ਉਹ ਚੀਜ਼ਾਂ ਨੂੰ ਵੀਜ਼ਾ ਆਫੀਸਰ ਫੋਲੋ ਕਰੀ ਜਾਊਗਾ ਔਰ ਅਗਰ ਤੁਸੀਂ ਸੱਚ ਬੋਲੋਗੇ ਅਗਰ ਤੁਸੀਂ ਜਾਣਕਾਰੀ ਜਿੰਨੀ ਅਸਲੀ ਦੇ ਨੇੜੇ ਤੇੜੇ ਦੀ ਦੋਗੇ ਉਹਨੂੰ ਸੇਲ ਥਰੂ ਹੋਣਾ ਬਹੁਤ ਸੌਖਾ ਆ ਔਰ ਅਗਰ ਤੁਸੀਂ ਮੈਨੂਪੂਲੇਸ਼ਨਸ ਵਿੱਚ ਪੈ ਰਹੇ ਹੋ ਉਹਨੂੰ ਸੰਭਾਲਣਾ ਮੁੜ ਕੇ ਬਹੁਤ ਔਖਾ ਆ ਔਰ ਅਸੀਂ ਅਕਸਰ ਵੇਖਿਆ ਕਈ ਲੋਕ ਅਸੀਂ ਸਿਰਫ ਨਾ ਜਿਨ੍ਹਾਂ ਨੂੰ ਵੀਜ਼ੇ ਮਿਲੇ ਉਹਨਾਂ ਦੀਆਂ ਗੱਲਾਂ ਜ਼ਿਆਦਾ ਕਰਦੇ ਆ ਕਿ ਉਹਨੂੰ ਪੁੱਛਿਆ ਕੁਛ ਨਹੀਂ ਉਹਨੂੰ ਵੀਜ਼ਾ ਇੰਟਰਵਿਊ ਚੁਲਝ ਗਿਆ ਤੁਸੀਂ ਸਿਰਫ ਇੰਨਾ ਅੰਦਾਜ਼ਾ ਲਓ ਕਿ ਜਿਨ੍ਹਾਂ ਦੇ ਵੀਜ਼ੇ ਹੋਏ ਆ ਉਹਨਾਂ ਨੂੰ ਕਿੰਨੇ ਕੁ ਲੰਮੇ ਚੌੜੇ ਸਵਾਲ ਪੁੱਛੇ ਆ 2-4 ਅੱਖਰ ਪੁੱਛੇ ਆ ਵੀਜ਼ਾ ਦੇ ਦਿੱਤਾ ਆ ਜੀ ਸੋ ਹਾਲਾਂਕਿ ਉਹਨੇ ਇਹਨਾਂ ਤਾਦਾਦ ਨਾਲੋਂ ਅਲੱਗ ਹੈ ਇਹ ਘੱਟ ਤਾਦਾਦ ਹੈ ਰਿਫਿਊਜ਼ ਹੋਣ ਵਾਲੇ ਦੀ ਤਾਦਾਦ ਜ਼ਿਆਦੀ ਹੈ ਬਟ ਫਿਰ ਵੀ ਜਿਨ੍ਹਾਂ ਨੂੰ ਜਿਹੜੇ ਨੰਬਰਸ ਦੀ ਅਗਰ ਅਸੀਂ ਗੱਲ ਕਰੀਏ ਲੱਖ ਵੀਜ਼ਾ 1 ਮਹੀਨੇ ਦੇ ਵਿੱਚ ਦੇ ਦੇਣਾ ਇੱਕ ਐਮਬੈਸੀ ਨੇ ਇਕੱਲੇ ਇੰਡੀਆ ਨੂੰ ਇਹ ਕੋਈ ਛੋਟਾ ਨੰਬਰ ਨਹੀਂ ਹੈ ਔਰ ਸਾਡੇ ਐਪਲੀਕੈਂਟਸ ਦੀ ਤਾਦਾਦ ਉਸ ਤੋਂ ਵੀ ਜ਼ਿਆਦੀ ਹੈ ਜਦੋਂ ਵੀਜ਼ਾ ਮਿਲਣ ਲੱਗਦਾ ਸੀ ਉਹਦੀ ਪਰਵਾਹ ਨਹੀਂ ਕਰਦਾ ਸੀ ਕਿ ਉਹਨੇ ਲੱਭੀਏ ਬੜਾ ਸੌਖਾ ਮਿਲੀ ਜਾਂਦਾ ਸੋ ਸਿੰਪਲ ਪ੍ਰੋਟੋਕਾਲਸ ਨੂੰ ਸਟਰਕ ਹੋ ਕੇ ਚੱਲੋ ਔਰ ਜੋ ਤੁਹਾਡੇ ਤੋਂ ਐਕਸਪੈਕਟੇਸ਼ਨ ਹੈ ਉਹ ਪ੍ਰੂਵ ਕਰੋ ਔਰ ਲੌਜੀਕਲੀ ਆਨਸਰ ਦਿਓ ਔਰ ਵੀਜ਼ਾ ਬਹੁਤ ਸੌਖਾ ਹੈ ਸੋ ਮੇਰੇ ਕੋਲ ਜੋ ਅੱਜ ਇੱਕ ਪੈਟਰਨ ਹੈਗਾ ਜੋ ਮੇਰੇ ਕੋਲ ਜੋ ਅੱਜ ਸਵਾਲ ਜਿਹੜੇ ਨੇ ਸਰ ਦੇ ਵੱਲੋਂ ਦਿੱਤੇ ਗਏ ਨੇ ਕਿ ਇੰਟਰਵਿਊ ਵਾਸਤੇ ਅਸੀਂ ਹਮੇਸ਼ਾ ਡਰਦੇ ਹਾਂ ਸੋ ਉਹਨਾਂ ਸਵਾਲਾਂ ਦੇ ਵਿੱਚ ਜਿਹੜੇ ਵੀ ਲੜੀਵਾਰ ਸਵਾਲ ਮੇਰੇ ਕੋਲ ਹੋਣਗੇ ਉਹਨਾਂ ਤੇ ਅਸੀਂ ਅੱਜ ਗੱਲਬਾਤ ਕਰਨੀ ਹੈ ਸੋ ਵੀਜ਼ਾ ਆਫੀਸਰ ਬੜੇ ਸਾਰੇ ਸਵਾਲਾਂ ਦੇ ਵਿੱਚ ਸਾਨੂੰ ਉਲਝਾ ਦਿੰਦੇ ਨੇ ਅਸੀਂ ਉਲਝ ਜਾਂਦੇ ਹਾਂ ਭਾਵੇਂ ਕਿੰਨੀ ਵੀ ਤਿਆਰੀ ਕੀਤੀ ਹੁੰਦੀ ਹੈ ਸੋ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਜਵਾਬ ਕਿਸ ਤਰੀਕੇ ਦੇ ਨਾਲ ਦੇਣਾ ਉਹ ਸਾਰੀਆਂ ਗੱਲਾਂ ਅੱਜ ਅਸੀਂ ਕਲੀਅਰ ਕਰ ਲੈਣੀਆਂ ਇਸ ਇੰਟਰਵਿਊ ਦੇ ਵਿੱਚ ਇਸ ਗੱਲਬਾਤ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੋ ਸਵਾਲ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਤੁਸੀਂ ਉੱਥੇ ਜਾਣਾ ਕਿਹਦੇ ਕੋਲ ਹੈ ਤੇ ਅਸੀਂ ਉਲਝ ਜਾਂਦੇ ਹਾਂ ਹੁਣ ਕੀ ਕਹੀਏ ਸੋ ਉੱਥੇ ਕੀ ਕਹਿਣਾ ਆਬਵੀਅਸਲੀ ਦੇਖੋ ਜਿੱਦਾਂ ਅਸੀਂ ਵੀਜ਼ਾ ਅਫਸਰ ਦੇ ਸਾਹਮਣੇ ਗਏ ਵੀਜ਼ਾ ਆਫੀਸਰ ਨੇ ਤੁਹਾਨੂੰ ਪੁੱਛਿਆ ਕਿ ਕਿੱਥੇ ਜਾਣਾ ਚਾਹੁੰਦੇ ਹੋ ਤੁਸੀਂ ਪਾਰਟਿਕੂਲਰਲੀ ਸਿਆਣੇ ਹੋ ਕੇ ਕਿਸੇ ਪਾਰਟਿਕੂਲਰ ਜਗ੍ਹਾ ਦਾ ਨਾਮ ਲਿਆ ਸੋ ਆਬਵੀਅਸਲੀ ਇਸ ਇੰਟਰਵਿਊ ਦੇ ਡਰਾਈਵਰ ਤੁਸੀਂ ਹੋਗੇ ਤੁਸੀਂ ਇੰਟਰਵਿਊ ਨੂੰ ਡਰਾਈਵ ਕਰਨ ਲੱਗ ਗਏ ਜੀ ਸੋ ਤੁਸੀਂ ਬੋਲਿਆ ਕਿ ਮੈਂ ਕੈਲੀਫੋਰਨੀਆ ਜਾਣਾ ਮੈਂ ਟੈਕਸਾਸ ਜਾਣਾ ਮੈਂ ਨਿਊਯਾਰਕ ਜਾਣਾ ਸੋ ਤੁਸੀਂ ਜਿੱਦਾਂ ਹੀ ਜਗ੍ਹਾ ਦਾ ਨਾਮ ਬੋਲੋਗੇ ਵੀਜ਼ਾ ਆਫੀਸਰ ਨੂੰ ਫੋਲੋ ਕਰਨ ਲੱਗ ਜਾਏਗਾ ਫੋਲੋ ਕਰੇਗਾ ਕਿ ਹਾਂਜੀ ਫਿਰ ਉੱਥੇ ਰਹਿੰਦਾ ਕੌਣ ਹੈ ਰਾਈਟ ਹੁਣ ਅਗਰ ਤੁਹਾਡਾ ਕੋਈ ਸਗਾ ਸੰਬੰਧੀ ਉੱਥੇ ਰਹਿੰਦਾ ਤੇ ਦੈਨ ਇਟ ਇਜ਼ ਓਕੇ ਅਗਰ ਨਹੀਂ ਰਹਿੰਦਾ ਦੈਨ ਪੂਰੀ ਇੰਟਰਵਿਊ ਦੀ ਇਹ ਇਕਲੌਤੀ ਨਾ ਆ ਕਿ ਜਿਹੜੀ ਤੁਸੀਂ ਕਰ ਸਕਦੇ ਹੋ ਇੱਥੇ ਜਿੰਨੀ ਪੋਜ਼ਿਟਿਵਿਟੀ ਦਿਖਾਓਗੇ ਉਨਾ ਚੰਗਾ ਆ ਸਪੋਜ਼ ਅਗਰ ਕੋਈ ਰਹਿੰਦਾ ਉੱਥੇ ਉਹਦੇ ਬਾਰੇ ਤੁਹਾਨੂੰ ਕੰਪਲੀਟ ਜਾਣਕਾਰੀ ਹੋਵੇ ਕਦੋਂ ਗਏ ਸੀ ਕਿੱਥੇ ਗਏ ਸੀ ਕਿੱਦਾਂ ਉਹਨਾਂ ਦਾ ਕੇਸ ਚੱਲਿਆ ਕਿਹੜਾ ਉਹਨਾਂ ਕੋਲ ਵੀਜ਼ਾ ਸੀ ਕਿਸ ਤਰੀਕੇ ਨਾਲ ਅਮਰੀਕਾ 'ਚ ਐਂਟਰ ਹੋਏ ਸੀ ਰਾਈਟ ਸੋ ਇਸ ਟਾਈਮ ਲੀਗਲ ਸਟੇਟਸ ਉਹਨਾਂ ਦਾ ਕੀ ਹੈ ਸੋ ਫਿਰ ਤੁਸੀਂ ਇਹਨਾਂ ਚੀਜ਼ਾਂ 'ਚ ਉਲਝ ਸਕਦੇ ਹੋ ਤੁਸੀਂ ਕਹੋਗੇ ਉਹਨਾਂ ਕੋਲ ਸਾਰੀ ਜਾਣਕਾਰੀ ਸੀ ਸੋ ਵੀਜ਼ਾ ਆਫੀਸਰ ਦੇ ਕੋਲ ਕਿਸੇ ਦੇ ਕੋਲ ਵੀ ਜਿਹੜੀ ਪ੍ਰੀਵੀਅਸ ਲਾਈਕ ਐਪਲੀਕੈਂਟ ਆ ਉਹਦੀ ਜਾਣਕਾਰੀ ਘੱਟ ਨਹੀਂ ਉਹ ਮਤਲਬ ਇੰਟਰਵਿਊ ਦੇ ਦੌਰਾਨ ਨਹੀਂ ਹੁੰਦੀ ਹਾਲਾਂਕਿ ਚਾਹੁਣ ਤੇ ਐਕਸੈਸ ਕਰ ਸਕਦੇ ਬਟ ਜਨਰਲੀ ਇੰਟਰਵਿਊ ਦੇ ਵਿੱਚ ਐਕਸੈਸ ਨਹੀਂ ਕਰਦੇ ਜੀ ਵੀਜ਼ਾ ਆਫੀਸਰਸ ਟ੍ਰੇਨਡ ਪ੍ਰੋਫੈਸ਼ਨਲਸ ਨੇ ਜਿਨ੍ਹਾਂ ਦਾ ਕੰਮ ਸਿਰਫ ਇਹ ਜਾਣਨਾ ਹੈ ਕਿ ਤੁਸੀਂ ਸੱਚ ਬੋਲਦੇ ਹੋ ਕਿ ਝੂਠ ਬੋਲਦੇ ਹੋ ਸੋ ਜਿੰਨੀ ਵੀ ਤੁਸੀਂ ਇੰਟਰਵਿਊ ਦੀ ਗੱਲਬਾਤ ਕਰ ਰਹੇ ਹੋ ਉਹਦੇ 'ਚ ਇਹ ਫੜਨ ਨੂੰ ਤਿਆਰ ਨਹੀਂ ਹੋ ਕਿ ਕਦੋਂ ਝੂਠ ਬੋਲਿਆ ਸੋ ਜਦੋਂ ਤੁਸੀਂ ਝੂਠ ਬੋਲਿਆ ਤੁਸੀਂ ਉਦੋਂ ਧਰੇ ਜਾਣਾ ਹੈ ਜੀ ਸੋ ਇਹ ਤੁਹਾਨੂੰ ਇਸ ਚੀਜ਼ ਦੇ ਉੱਪਰ ਕੰਮ ਕਰਨਾ ਹੈ ਕਿ ਜਾਂ ਚੀਜ਼ ਸੱਚ ਹੋਵੇ ਜਾਂ ਤੁਸੀਂ ਉਹਦਾ ਅਨੁਭਵ ਕੀਤਾ ਹੋਵੇ ਜਾਂ ਤੁਹਾਨੂੰ ਉਹਦੇ ਬਾਰੇ ਕੰਪਲੀਟ ਜਾਣਕਾਰੀ ਹੋਵੇ ਇਸ ਤੋਂ ਇਲਾਵਾ ਅਗਰ ਤੁਸੀਂ ਮੈਨੂਪੂਲੇਸ਼ਨ ਮਾਰੋਗੇ ਤੇ ਫਿਰ ਇਹਦੇ ਚ ਦੁਚਿੱਤੀ ਜੇ ਫਸੋਗੇ ਜੀ ਕਿਉਂਕਿ ਅਸੀਂ ਹਮੇਸ਼ਾ ਹੀ ਜਦੋਂ ਵੀ ਜਾਂਦੇ ਆ ਇੰਟਰਵਿਊ ਵਾਸਤੇ ਅਸੀਂ ਆਪਣੇ ਆਪ ਨੂੰ ਪੂਰਾ ਤਿਆਰ ਕਰਕੇ ਤਾਂ ਜਾਂਦੇ ਆ ਪਰ ਜਦੋਂ ਬਹੁਤ ਸਾਰੇ ਸਵਾਲ ਉਲਝਣਾਂ ਦੇ ਵਿੱਚ ਸਾਨੂੰ ਜਿਹੜਾ ਵੀਜ਼ਾ ਆਫੀਸਰ ਹੈ ਪਾ ਦਿੰਦਾ ਸਾਨੂੰ ਪਤਾ ਨਹੀਂ ਹੁੰਦਾ ਜਿਹੜੀ ਜਾਣਕਾਰੀ ਹੈ ਸਾਨੂੰ ਪਤਾ ਨਹੀਂ ਹੁੰਦੀ ਅਸੀਂ ਉਹਦੇ ਬਾਰੇ ਬੋਲਣ ਲੱਗਦੇ ਆ ਤੇ ਗਲਤ ਮੁਲਤ ਬੋਲ ਜਾਂਦੇ ਆ ਜਾਂ ਜ਼ੁਬਾਨ ਥਥਲਾ ਜਾਂਦੀ ਹੈ ਸਾਡੀ ਤਾਂ ਉਸੇ ਟਾਈਮ ਪਤਾ ਲੱਗ ਜਾਂਦਾ ਫਿਰ ਇਹ ਵੀ ਪੁੱਛ ਲਿਆ ਜਾਂਦਾ ਕਿ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਹਾਂ ਦੇਖੋ ਜੋ ਤੁਸੀਂ ਹੁਣੇ ਦੱਸਿਆ ਇਹ ਬੇਸਿਕਲੀ ਇਹਨੂੰ ਅਸੀਂ ਇਕੱਲਾ ਇਸ ਇੰਟਰਵਿਊ ਦੇ ਵਿੱਚ ਨਹੀਂ ਉਹ ਹਰ ਇੱਕ ਇੰਟਰਵਿਊ ਦੇ ਵਿੱਚ ਲੌਜਿਕ ਹੈ ਜਿਹੜਾ ਅੱਖਰ ਜਦੋਂ ਤੁਹਾਡੀ ਜ਼ੁਬਾਨ ਚੋਂ ਬਾਹਰ ਡਿੱਗਦਾ ਆ ਅਗਰ ਤੁਹਾਡੀ ਬਾਡੀ ਤੁਹਾਡਾ ਸਰੀਰ ਤੁਹਾਡੀ ਆਤਮਾ ਤੁਹਾਡੇ ਚਿਹਰੇ ਦੇ ਹਾਵ ਭਾਵ ਤੁਹਾਡੀਆਂ ਅੱਖਾਂ ਸੋ ਜਦੋਂ ਤੁਹਾਡੀ ਪੂਰੀ ਬਾਡੀ ਲੈਂਗੁਏਜ ਇਹਨੂੰ ਪਿੱਛੋਂ ਸਪੋਰਟ ਕਰਦੀ ਆ ਇਹ ਗੱਲ ਸੱਚ ਹੈ ਔਰ ਅਗਰ ਤੁਹਾਡੇ ਚਿਹਰੇ ਦੇ ਹਾਵ ਭਾਵ ਕੁਝ ਕਹਿੰਦੇ ਆ ਤੁਸੀਂ ਕੁਝ ਕਹਿੰਦੇ ਹੋ ਔਰ ਜਦੋਂ ਉਹੋ ਜਿਹੀ ਸਿਚੁਏਸ਼ਨ ਆ ਇਹ ਗੱਲ ਝੂਠ ਆ ਔਰ ਮੈਂ ਫਿਰ ਦੱਸਿਆ ਸੀ ਵੀਜ਼ਾ ਆਫੀਸਰ ਦਾ ਬੇਸਿਕ ਕੰਮ ਇਹ ਸੱਚ ਤੇ ਝੂਠ ਦੇ ਵਿੱਚ ਫਰਕ ਲਾਉਣਾ ਆ ਸੋ ਵੀਜ਼ਾ ਆਫੀਸਰ ਜੋ ਤੁਸੀਂ ਬੋਲਦੇ ਹੋ ਤੇ ਯਕੀਨ ਕਰਦੇ ਆ ਬਟ ਤੁਸੀਂ ਉੱਤੇ ਕਿੰਨਾ ਕੁ ਯਕੀਨ ਕੀਤਾ ਆ ਸੋ ਸਟੋਰੀ ਇਹ ਆ ਕਿ ਤੁਹਾਡੀ ਖੁਦ ਦੀ ਬਾਡੀ ਲੈਂਗੁਏਜ ਤੁਸੀਂ ਖੁਦ ਮਤਲਬ ਥਿਰਕ ਗਏ ਹੋ ਕਿਸੇ ਚੀਜ਼ ਤੋਂ ਯੈਸ ਉਹ ਗੁਨਾਹ ਹੈ ਔਰ ਜਦੋਂ ਵੀ ਅਸੀਂ ਕੋਈ ਵੀਜ਼ਾ ਹਾਸਲ ਕਰਦੇ ਆ ਉਹਦੇ ਪਿੱਛੇ ਟੈਕਨੀਕਲੀ ਦੋ ਚੀਜ਼ਾਂ ਨੇ ਸੋ ਵੀ ਕਾਲ ਇਟ ਸੋਸ਼ਲ ਟਾਈਜ਼ ਐਂਡ ਇਕਨੋਮਿਕ ਟਾਈਜ਼ ਸੋਸ਼ਲ ਟਾਈਜ਼ ਤੋਂ ਭਾਵ ਆ ਕਿ ਤੁਸੀਂ ਆਪਣੇ ਮੁਲਕ ਜਿਹੜੇ ਮੁਲਕ ਰਹਿੰਦੇ ਹੋ ਸੋ ਤੁਸੀਂ ਉੱਥੇ ਕਿੰਨਾ ਕੁ ਇੰਪੋਰਟੈਂਟ ਹੋ
ਸੋਸ਼ਲ ਲਾਈਫ ਤੁਹਾਡੀ ਕਿੰਨੀ ਸਟਰੋਂਗ ਹੈ, ਸੋ ਤੁਹਾਡੀ ਬਿਲੋਂਗਿੰਗਨੈਸ, ਤੁਹਾਡੀਆਂ ਫੈਮਲੀਜ਼, ਤੁਹਾਡੀਆਂ ਫਰੈਂਡ ਸਰਕਲ, ਤੁਹਾਡੇ ਪਰਿਵਾਰ, ਸੋ ਤੁਹਾਡੇ ਕੰਮਕਾਰ, ਇਹ ਸਾਰਾ ਤੁਹਾਡੀਆਂ ਸੋਸ਼ਲ ਟਾਈਜ਼ ਦਾ ਇੱਕ ਰੂਪ ਆ। ਦੂਸਰੀ ਚੀਜ਼ ਆ ਵੀ ਕਾਲ ਇਟ ਇਕਨੋਮਿਕ ਟਾਈਜ਼। ਇਕਨੋਮਿਕ ਟਾਈਜ਼ ਦਾ ਮਤਲਬ ਹੈ ਕਿ ਤੁਸੀਂ ਜਿਸ ਸਮਾਜ 'ਚ ਰਹਿੰਦੇ ਹੋ ਉੱਥੇ ਪੈਸੇ ਬਣਾਉਣ ਦਾ ਫਾਰਮੂਲਾ ਤੁਹਾਡੇ ਕੋਲ ਕਿੰਨਾ ਕੁ ਆਟੋਮੈਟਿਕ ਆ। ਸੋ ਇਹ ਦੋ ਚੀਜ਼ਾਂ ਹਰ ਇੱਕ ਨੇ ਜਾਣਨੀਆਂ ਨੇ। ਵੀਜ਼ਾ ਆਫਿਸਰ ਦਾ ਬੇਸਿਕ ਕੰਮ ਸਿਰਫ ਇਹ ਹੈ ਕਿ ਤੁਸੀਂ ਸਾਹਮਣੇ ਆਇਓ ਕਿ ਯਾਰ ਤੁਸੀਂ ਸਾਡੇ ਮੁਲਕ ਨੂੰ ਪੈਸੇ ਦਿਓਗੇ ਕਿ ਸਾਡੇ ਕੋਲ ਪੈਸੇ ਲੈ ਕੇ ਜਾਣੇ ਆ। ਸੋ ਅਗਰ ਦੇਣ ਆਇਓ ਤਾਂ ਤੁਸੀਂ ਵੈਲਕਮ ਹੋ, ਅਗਰ ਲੈਣ ਆਇਓ ਤਾਂ ਭਾਜੀ ਨਹੀਂ ਬਹੁਤ ਔਖਾ ਆ ਜੀ। ਸੋ ਇਹ 'ਚ ਪੈਸਾ ਕਿੱਥੋਂ ਆ ਗਿਆ, ਨਫਾ ਨੁਕਸਾਨ ਕਿੱਥੋਂ ਆ ਗਿਆ। ਅਸੀਂ ਸ਼ੁਰੂ 'ਚ ਇੱਕ ਸ਼ਿਮਲੇ ਦਾ ਨਾਮ ਲਿਆ ਸੀ, ਤੁਸੀਂ ਸੋਚੋ ਸ਼ਿਮਲੇ ਦੀ ਇਨਕਮ ਕਿੱਥੋਂ ਆਉਂਦੀ ਹੈ। ਸ਼ਿਮਲੇ ਦੀ ਆਮਦਨ, ਅਸੀਂ ਸ਼ਿਮਲਾ ਜਾਂਦੇ ਆ, ਅਸੀਂ ਤਦ ਤੱਕ ਸ਼ਿਮਲਾ ਨਹੀਂ ਛੱਡਦੇ ਜਦ ਤੱਕ ਸਾਡੀਆਂ ਜੇਬਾਂ ਖਾਲੀ ਨਹੀਂ ਹੁੰਦੀਆਂ, ਸਾਡੇ ਕੋਲ ਇਕੱਲਾ ਆਉਣ ਦਾ ਕਿਰਾਇਆ ਨਹੀਂ ਬਚਦਾ। ਸੋ ਟੈਕਨੀਕਲੀ ਕੀ ਹੋ ਰਿਹਾ ਕਿ ਤੁਸੀਂ ਪੰਜਾਬ ਤੋਂ ਪੈਸਾ ਚੱਕਿਆ, ਤੁਸੀਂ ਜਾ ਕੇ ਸ਼ਿਮਲਾ ਢੇਰੀ ਕਰਤਾ। ਹੁਣ ਜਿਹੜਾ ਪੈਸਾ ਸ਼ਿਮਲੇ 'ਚ ਜਾ ਕੇ ਢੇਰੀ ਕੀਤਾ, ਇਹਦੀ ਡਿਸਟ੍ਰੀਬਿਊਸ਼ਨ ਲੋਕਲਸ ਵਿੱਚ ਹੋਏਗੀ। ਬਿਲਕੁਲ। ਤੁਸੀਂ ਲੱਕੜ ਬਾਜ਼ਾਰ ਗਏ, ਤੁਸੀਂ ਕਿਤੇ ਸੌਫਟੀ ਖਾਧੀ, ਤੁਸੀਂ ਕਿਤੇ ਕੋਕ ਪੀਤਾ, ਤੁਸੀਂ ਕਿਤੇ ਟੋਪੀ ਲਈ, ਤੁਸੀਂ ਕਿਤੇ ਲੱਕੜ ਦੇ ਖਿਡੌਣੇ ਲਏ, ਜੋ ਕੁਝ ਵੀ ਲਿਆ। ਸੋ ਇਹਦੇ ਨਾਲ ਪੈਸਾ ਲੋਕਾਂ ਦੇ ਵਿੱਚ ਜਾ ਰਿਹਾ, ਜਿਹਦੇ ਨਾਲ ਕਿ ਸ਼ਿਮਲੇ ਦੇ ਲੋਕ ਅਮੀਰ ਹੋ ਰਹੇ ਆ। ਇਹ ਫਾਰਮੂਲਾ ਪੂਰੀ ਦੁਨੀਆ ਜਾਣਦੀ ਹੈ। ਸਿਰਫ ਇਸ ਫਾਰਮੂਲੇ ਦੇ ਸਿਰ ਤੇ ਪੂਰੀ ਦੁਨੀਆ ਦੇ ਮੁਲਕ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਹਾਂਗਕਾਂਗ, ਦੁਬਈ, ਮੌਰੀਸ਼ੀਅਸ, ਦੋਹਾ, ਕਤਰ, ਹੁਣ ਪਤਾ ਨਹੀਂ ਕਿੰਨੇ ਕੁ ਮੁਲਕ ਇਸ ਲਾਈਨ ਦੇ ਵਿੱਚ ਆ ਗਏ ਜਿਹੜੇ ਰਾਤੋਂ ਰਾਤ ਬੁਝੇ ਹੋਏ ਸੀ ਜਗਣ ਲੱਗ ਗਏ। ਇਹਨੂੰ ਅਸੀਂ ਟੂਰਿਜ਼ਮ ਦੀ ਤਾਕਤ ਕਹਿੰਦੇ ਆ। ਸੋ ਟੂਰਿਜ਼ਮ ਦੀ ਤਾਕਤ ਹੈ ਜਿਹੜੀ ਵੀਜ਼ਾ ਲੈ ਕੇ ਦਿੰਦੀ ਹੈ। ਸੋ ਅਗਰ ਤੁਸੀਂ ਇਹ ਪ੍ਰੂਵ ਕਰ ਰਹੇ ਹੋ ਕਿ ਮੈਂ ਪੈਸੇ ਖਰਚਣ ਆ ਰਿਹਾ, ਵੈਲਕਮ ਹੈ ਜੀ। ਅਗਰ ਪ੍ਰੂਵ ਇਹ ਹੋ ਰਿਹਾ ਕਿ ਤੁਸੀਂ ਪੈਸੇ ਖਰਚਣ ਨਹੀਂ ਆਏ ਬਲਕਿ ਇੱਥੇ ਆ ਕੇ ਕੰਮਕਾਰ ਕਰੋਗੇ ਤੇ ਪੈਸੇ ਚੱਕ ਕੇ ਵਾਪਸ ਭੇਜੋਗੇ, ਇਹ ਤਾਂ ਗੁਨਾਹ ਹੋ ਗਿਆ ਜੀ। ਸੋ ਹਰ ਐਪਲੀਕੇਸ਼ਨ 'ਚ ਪ੍ਰੂਵ ਕਰਨੀ ਹੈ, ਉਹਨੂੰ ਅਸੀਂ ਬੋਲਦੇ ਸਰਮਾਏਦਾਰੀ। ਸੋ ਹਰ ਇੱਕ ਚੀਜ਼ ਦੇ ਉੱਪਰ ਦੋ ਐਂਗਲ ਹੋ ਸਕਦੇ ਆ। ਵੀਜ਼ਾਸ ਦੇ ਪਿੱਛੇ ਇੱਕੋ ਇੱਕ ਐਂਗਲ ਆ, ਉਹਨੂੰ ਸਰਮਾਏਦਾਰੀ ਕਿਹਾ ਜਾਂਦਾ ਜੀ। ਸੋ ਇੱਥੇ ਕੋਈ ਦਇਆ ਭਾਵਨਾ ਨਹੀਂ ਹੁੰਦੀ। ਇੱਥੇ ਕੋਈ ਨਹੀਂ ਕਹਿੰਦਾ ਕਿ ਬਾਬਾ ਜੀ ਤੁਹਾਡੇ ਨਿਆਣਿਆਂ ਨੇ ਘਰੋਂ ਕੱਢਤਾ ਤੇ ਤੁਹਾਡੇ ਕੋਲ 4 ਪੈਸੇ ਹੈ ਨਹੀਂ, ਚਲੋ ਤੁਹਾਨੂੰ ਵੀਜ਼ਾ ਦੇ ਦਿੰਦੇ, ਤੁਹਾਡੀ ਜ਼ਿੰਦਗੀ ਸੌਖੀ ਹੋ ਜੇ। ਇਹ ਚੀਜ਼ਾਂ ਤੁਹਾਨੂੰ ਸੁਣਨ ਨੂੰ ਨਹੀਂ ਮਿਲਦੀਆਂ। ਇਹ 7 ਸਟਾਰ ਹੋਟਲ ਦੀ ਐਂਟਰੀ ਹੈ ਕਿ ਅਗਰ ਸਰਮਾਏਦਾਰ ਹੋ, ਅਗਰ ਰਸੂਖਦਾਰ ਹੋ ਤਾਂ ਹੀ ਵੈਲਕਮ ਹੋ। ਬਿਲਕੁਲ। ਨਹੀਂ ਤਾਂ ਮੋਦੀ ਸਾਹਿਬ ਦਾ ਵੀ ਵੀਜ਼ਾ ਰਿਜੈਕਟ ਕਰਤਾ ਸੀ। ਸੀਐਮ ਨੂੰ ਵੀਜ਼ਾ ਲੈਣਾ ਮੁਸ਼ਕਲ ਨਹੀਂ ਹੁੰਦਾ, ਬਟ ਉਹਦੇ ਪਿੱਛੇ ਖੈਰ ਹੋਰ ਕਾਰਨ ਸੀ। ਬਟ ਅਲਟੀਮੇਟਲੀ ਦੱਸਣ ਦਾ ਮਤਲਬ ਇਹ ਹੈ ਕਿ ਤੁਸੀਂ ਸੋਸ਼ਲ ਤੇ ਇਕਨੋਮਿਕ ਟਾਈਜ਼ ਅਗਰ ਪ੍ਰੂਵ ਨਹੀਂ ਕਰਦੇ ਤੇ ਫਿਰ ਵੀਜ਼ਾ ਲੈਣਾ ਮੁਸ਼ਕਲ ਹੈ। ਇਹਨੂੰ ਇੱਕ ਸੋਸ਼ਲ ਐਕਸਪੈਰੀਮੈਂਟ ਆ ਛੋਟਾ ਜਿਹਾ। ਜਿਸ ਤਰੀਕੇ ਨਾਲ ਲੜਕਿਆਂ ਦਾ ਵਿਆਹ ਹੁੰਦਾ, ਲੜਕੇ ਲੜਕੀਆਂ ਦਾ ਇੰਡੀਆ 'ਚ, ਆਪਣੇ ਪੰਜਾਬ 'ਚ ਵਿਆਹ ਹੁੰਦਾ ਹੈ ਬੱਚੇ ਬੱਚੀਆਂ ਦਾ, ਦੋ ਪਰਿਵਾਰ ਜ਼ਿੰਦਗੀ 'ਚ ਪਹਿਲੀ ਵਾਰੀ ਮਿਲਦੇ ਆ। ਔਰ ਜਿਸ ਤਰੀਕੇ ਨਾਲ ਤੁਸੀਂ ਦੂਸਰੇ ਪਰਿਵਾਰ ਨੂੰ ਬੈਲੈਂਸ ਸ਼ੀਟਾਂ ਵੇਖ ਕੇ ਨਹੀਂ ਜਾਣਦੇ, ਤੁਸੀਂ ਦੂਸਰੇ ਪਰਿਵਾਰ ਨੂੰ ਉਹਨਾਂ ਦੀਆਂ ਇਹ ਨਹੀਂ ਕਹਿੰਦੇ ਕਿ ਲਿਆਓ ਪਹਿਲਾਂ ਫਰਦਾਂ ਕਢਾ ਕੇ ਵੇਖੀਏ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੁਸੀਂ ਇੱਕ ਸੋਸ਼ਲ ਤਰੀਕੇ ਨਾਲ ਕੰਮਕਾਰ ਕਰਦੇ ਹੋ। ਕਾਕਾ ਜੀ ਕੀ ਕੰਮਕਾਰ ਕਰਦੇ ਆ, ਜੋ ਕਾਕਾ ਜੀ ਦਾ ਕੰਮਕਾਰ ਆ ਤੁਸੀਂ ਉੱਥੋਂ ਦੀ ਸਮਾਜਿਕ ਹੈਸੀਅਤ ਦਾ ਅੰਦਾਜ਼ਾ ਲਾ ਦੋਗੇ। ਇਸ ਫਾਰਮੂਲੇ ਤੇ ਇਹ ਅਮਰੀਕਾ ਦੀ ਐਮਬੈਸੀ ਕੰਮ ਕਰਦੀ ਹੈ। ਸੋ ਤਾਂ ਇਹ ਸਵਾਲ ਹੁੰਦਾ ਤੁਹਾਡੇ ਕੋਲ ਕਿ ਤੁਸੀਂ ਕੰਮਕਾਰ ਕੀ ਕਰਦੇ ਹੋ ਜੀ। ਸੋ ਜਿਹੜਾ ਵੀ ਕੰਮਕਾਰ ਕਰਦੇ ਹੋ ਉਹਦੇ ਵਿੱਚ ਪੈਸਾ ਤੁਹਾਡੇ ਕੋਲ ਆਟੋਮੈਟਿਕਲੀ ਫਲੋ ਹੁੰਦਾ ਦਿਸੇ, ਤੁਸੀਂ ਸਰਮਾਏਦਾਰ ਦਿਸੋ, ਤੁਹਾਡੇ ਕੋਲ ਜਾਣ ਲਈ ਪੈਸਾ ਹੋਵੇ। ਇਹ ਬੇਸਿਕ ਜ਼ਰੂਰਤਾਂ ਨੇ। ਇਹ ਸਿੱਧ ਕਰੋਗੇ, ਯੈਸ ਡੈਫੀਨਿਟਲੀ ਵੀਜ਼ਾ ਮਿਲੇਗਾ। ਜਿਵੇਂ ਅਸੀਂ ਗੱਲ ਕੀਤੀ ਹੈ ਕਿ ਜੇ ਅਸੀਂ ਉੱਥੇ ਜਾ ਰਹੇ ਹਾਂ ਨਾ, ਅਸੀਂ ਉੱਥੇ ਐਜ਼ ਅ ਟੂਰਿਸਟ ਜਾ ਰਹੇ ਹਾਂ, ਸੋ ਜਦੋਂ ਅਸੀਂ ਜਾਵਾਂਗੇ ਉੱਥੇ ਪੈਸਾ ਖਰਚਾਂਗੇ, ਸਾਡੇ ਕੋਲ ਪੈਸਾ ਹੋਣਾ ਵੀ ਜ਼ਰੂਰੀ ਹੈ। ਕਈ ਵਾਰੀ ਇਹ ਸਿੱਧਾ ਸਵਾਲ ਹੀ ਪੁੱਛ ਲਿਆ ਜਾਂਦਾ ਹੈ ਕਿ ਤੁਹਾਡੀ ਇੱਥੇ ਇਨਕਮ ਕਿੰਨੀ ਹੈ, ਫਿਰ ਉਸ ਨੂੰ ਕਿਵੇਂ ਲੈਣਾ ਚਾਹੀਦਾ? ਦੇਖੋ, ਇਨਕਮ ਤੁਹਾਡੇ ਕੋਲ ਜਿਹੜੀ ਆ ਉਹ ਸੌਖੀ ਹੋਣੀ ਚਾਹੀਦੀ ਹੈ, ਬਿਕੋਜ਼ ਤੁਸੀਂ ਇੱਥੇ ਇਨਕਮ ਟੈਕਸ ਪੁਆਇੰਟ ਆਫ ਵਿਊ ਤੋਂ ਨਾ ਵੇਖੋ। ਔਰ ਇਸ ਐਮਬੈਸੀ ਨੂੰ ਜਿਹੜੀ ਜਦੋਂ ਤੁਸੀਂ ਦੱਸਦੇ ਵੀ ਹੋ ਉਦੋਂ ਡਰ ਕੇ ਨਾ ਦੱਸੋ। ਜੋ ਤੁਹਾਡੀ ਪ੍ਰੈਜ਼ੈਂਟ ਇਨਕਮ ਆ ਉਹ ਦੱਸੋ। ਪਿਛਲਾ ਸਾਲ ਕੋਵਿਡ ਦਾ ਲੰਘ ਗਿਆ, ਅਗਰ ਤੁਹਾਡੀ ਇਨਕਮ ਨਹੀਂ ਹੋਈ ਕੋਈ ਦਿੱਕਤ ਨਹੀਂ, ਤੁਸੀਂ ਇਸ ਸਾਲ ਦੀ ਇਨਕਮ ਦੱਸੋ ਜੀ। ਤੁਸੀਂ ਸਪੋਜ਼ ਕਰੋ ਤੁਹਾਨੂੰ ਹੁਣੀ 4 ਕੰਟਰੈਕਟ ਮਿਲਿਆ, ਤੁਸੀਂ ਠੇਕੇਦਾਰ, ਤੁਸੀਂ 4 ਕੁੱਠੀਆਂ ਬਣਾਉਣੀ ਸ਼ੁਰੂ ਕੀਤੀਆਂ, 3 ਤੁਸੀਂ ਸੇਲ ਕਰ ਲਈਆਂ। ਸੋ ਤੁਸੀਂ ਹੁਣ ਦੀ ਆਮਦਨ ਦੱਸਣੀ ਹੈ ਔਰ ਇੰਡੀਅਨ ਗਵਰਨਮੈਂਟ ਨੂੰ ਕਦੋਂ ਦੱਸਣੀ ਹੈ? ਅਗਲੇ ਸਾਲ ਜੀ। ਸੋ ਜਿਹੜੀ ਟੈਕਸੇਸ਼ਨ ਆ, ਜਿਹੜੀਆਂ ਬਾਕੀ ਪੂਰੀਆਂ ਐਮਬੈਸੀਜ਼ ਟੈਕਸੇਸ਼ਨ ਤੋਂ ਤੁਹਾਡਾ ਹਿਸਾਬ ਲਾਉਂਦੀਆਂ ਨੇ, ਤੁਹਾਡੀ ਇਨਕਮ ਟੈਕਸ ਰਿਟਰਨ ਤੋਂ ਹਿਸਾਬ ਲਾਉਂਦੀਆਂ ਹੈ। ਯੂਐਸ ਐਮਬੈਸੀ ਤੁਹਾਡੀ ਪ੍ਰੈਜ਼ੈਂਟ ਇਨਕਮ ਦਾ ਹਿਸਾਬ ਲਾਉਂਦੀ ਹੈ। ਸੋ ਅਗਰ ਤੁਹਾਡੀ ਪ੍ਰੈਜ਼ੈਂਟ ਇਨਕਮ ਓਕੇ ਆ, ਅਗਰ ਤੁਸੀਂ ਪੈਸਾ ਕਮਾ ਰਹੇ ਹੋ, ਵੈਰੀ ਗੁੱਡ। ਔਰ ਇੱਥੇ ਤੁਹਾਨੂੰ ਉਹਦੇ ਲਈ ਡਾਕੂਮੈਂਟਰੀ ਐਵੀਡੈਂਸ ਨਹੀਂ ਹੈਗਾ ਤਾਂ ਵੀ ਓਕੇ ਹੈ, ਬਿਕੋਜ਼ ਤੁਸੀਂ ਉਹਦਾ ਡਾਕੂਮੈਂਟਰੀ ਐਵੀਡੈਂਸ ਤੁਹਾਨੂੰ ਨੈਕਸਟ ਈਅਰ ਮਿਲਣਾ ਹੈ। ਸੋ ਬਹੁਤ ਸਾਰੇ ਅਸਾਈਲਮ ਦੇ ਕੇਸ, ਬਹੁਤ ਸਾਰੇ ਜਿਹੜੇ ਪਟੀਸ਼ਨ ਦੇ ਕੇਸ ਤੁਸੀਂ ਵੇਖੋ, ਉਹਦੇ ਵਿੱਚ ਲਾਈਕ ਮੈਂ ਹੁਣ ਵੀ ਇਮੀਗ੍ਰੇਸ਼ਨ ਕੇਸ ਇੱਕ ਸਵੇਰੇ ਸਬਮਿਟ ਕੀਤਾ, 2018 ਦੀਆਂ ਜਦੋਂ ਉਹਨਾਂ ਨੇ ਕੇਸ ਫਾਈਲ ਕੀਤਾ ਆ, ਉਦੋਂ ਦੀਆਂ ਹੀ ਇਨਕਮ ਟੈਕਸ ਰਿਟਰਨਸ ਮੰਗਦੇ ਆ, ਹੁਣ ਦੀਆਂ ਨਹੀਂ ਮੰਗਦੇ।
ਸੋ ਜਿਸ ਟਾਈਮ ਦੀ ਗੱਲ ਹੈ ਉਹ ਉਸ ਉਦੋਂ ਦੀ ਸਟੋਰੀ ਹੈ। ਸੋ ਇਸ ਕਰਕੇ ਇੱਥੇ ਤੁਸੀਂ ਆਪਣੀ ਅੱਜ ਦੀ ਆਮਦਨ ਦੱਸਣੀ ਆ, ਉਹਨੂੰ ਜਿਸ ਤਰੀਕੇ ਨਾਲ ਤੁਸੀਂ ਮੈਨੇਜ ਕਰ ਸਕਦੇ ਹੋ, ਹੈਂਡਲ ਕਰ ਸਕਦੇ ਹੋ, ਉਹ ਦੱਸ ਸਕਦੇ ਹੋ। ਸੋ ਉੱਥੇ ਜਾਣ ਦੇ ਲਈ ਸਾਨੂੰ ਪ੍ਰੋਪਰ ਪਲਾਨ ਕਰਨਾ ਪੈਂਦਾ। ਸੋ ਕਈ ਵਾਰੀ ਸਵਾਲ ਸਾਡਾ ਇਹ ਵੀ ਆ ਜਾਂਦਾ ਸਾਡੇ ਅੱਗੇ ਕਿ USA ਜਾਣ ਦਾ ਪਲਾਨ ਕੀ ਹੈ, ਸਾਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਕੀ ਦੱਸਣਾ। ਫਸਟ ਟਾਈਮ ਅਸੀਂ ਉਲਝ ਜਾਂਦੇ ਹਾਂ, ਕੀ ਕਰਨਾ ਚਾਹੀਦਾ ਉਸ ਹਾਂ, ਬੇਸਿਕਲੀ ਬਹੁਤ ਸਾਰੇ ਲੋਕ ਜਦੋਂ ਅਮਰੀਕਾ ਦਾ ਨਾਮ ਲੈਂਦੇ ਅਸੀਂ ਅਸਲ ਸਾਡੇ ਦਿਮਾਗ 'ਚ ਇਕੱਲੇ ਡਾਲਰ ਆਉਂਦੇ ਆ, ਵੀਜ਼ਾਜ਼ ਆਉਂਦੇ ਆ, 5 ਸਾਲ ਆਉਂਦਾ, 10 ਸਾਲ ਆਉਂਦਾ। ਸੋ ਸਾਨੂੰ ਵੀਜ਼ਾ ਇਸ ਤਰੀਕੇ ਨਾਲ ਦਿਸਦਾ ਹੈ। ਸੋ ਸਾਨੂੰ ਅਸੀਂ ਜਗ੍ਹਾ ਨੂੰ ਵਿਜ਼ੂਅਲਾਈਜ਼ ਨਹੀਂ ਕਰਦੇ। ਸੋ ਜਦੋਂ ਅਸੀਂ ਜਗ੍ਹਾ ਟੂਰਿਜ਼ਮ ਹੈਗੀ ਆ ਇੱਕ ਜਗ੍ਹਾ ਦੇ ਨਾਲ, ਸੋਹਣੇਪਨ ਦੇ ਨਾਲ, ਸੁੰਦਰਤਾ ਦੇ ਨਾਲ, ਨੇਚਰ ਦੇ ਨਾਲ। ਸੋ ਤੁਸੀਂ ਸ਼ਿਮਲੇ ਦਾ ਨਾਮ ਲੈਂਦੇ ਹੋ, ਸ਼ਿਮਲੇ ਦਾ ਨਾਮ ਲੈਂਦਿਆਂ ਹੀ ਤੈਨੂੰ ਠੰਡਕ ਦਾ ਅਹਿਸਾਸ ਹੁੰਦਾ ਆ, ਤੈਨੂੰ ਫੀਲਿੰਗ ਆਉਂਦੀ ਕਿ ਵਾਕਿਆ ਹੀ ਉੱਥੇ ਕੁਝ ਮਤਲਬ ਕੁਝ 4 ਦਿਨ ਚੱਲ ਠੰਡ ਦੇ ਹੋਣਗੇ। ਹਾਂਜੀ। ਸੋ ਜਦੋਂ ਤੁਸੀਂ US ਦਾ ਨਾਮ ਲੈਂਦੇ ਹੋ ਤੈਨੂੰ ਵਿਜ਼ੂਅਲਾਈਜ਼ੇਸ਼ਨ ਨਹੀਂ ਹੈਗੀ। ਸੋ ਤੁਸੀਂ ਕਿਸੇ ਟੂਰਿਜ਼ਮ ਸਾਈਟ ਤੇ ਜਾ ਕੇ ਨਹੀਂ ਵੇਖਿਆ ਕਿ ਉੱਥੇ ਵੇਖਣ ਨੂੰ ਕੀ ਆ। ਸੋ ਤੁਹਾਡੇ ਕੋਲ ਭਾਵੇਂ ਪੁੱਛਿਆ ਨਹੀਂ ਜਾਂਦਾ ਬਟ ਸਟਿਲ ਤੁਹਾਡੀ ਬਾਡੀ ਲੈਂਗੁਏਜ ਇਹ ਦੱਸਣ ਦੇ ਕਾਬਿਲ ਹੋਵੇ ਕਿ ਤੁਸੀਂ ਉੱਥੇ ਜਾ ਕੇ ਤੁਹਾਡਾ ਪਰਪਸ ਕੀ ਆ, ਹੌਲੀਡੇਇੰਗ ਪਰਪਸ ਆ, ਤੇ ਕਿੱਥੇ ਕਿੱਥੇ ਰਹੋਗੇ, ਕੀ ਕੀ ਕਰੋਗੇ, ਕੀ ਚੀਜ਼ਾਂ ਵੇਖਣ ਨੂੰ ਨੇ। ਸੋ ਅਗਰ ਉੱਥੋਂ ਦੀ ਕੋਈ ਟੂਰਿਜ਼ਮ ਇੰਪੋਰਟੈਂਸ ਵਾਲੀਆਂ ਚੀਜ਼ਾਂ ਨੇ ਤੁਹਾਨੂੰ ਉੱਥੋਂ ਦੀ ਜਾਣਕਾਰੀ ਹੋਣੀ ਚਾਹੀਦੀ ਆ, ਬਿਕੋਜ਼ ਉਹ ਤੁਹਾਡੇ ਚਿਹਰੇ ਦੇ ਉੱਪਰ ਇੱਕ ਐਸਾ ਲਾਈਕ ਜਿਹਨੂੰ ਅਸੀਂ ਕਹਿੰਦੇ ਕਿ ਪੋਜ਼ਿਟਿਵਿਟੀ ਲੈ ਕੇ ਆਏਗੀ ਕਿ ਜਿਹੜੀ ਵੀਜ਼ਾ ਲੈਣ ਨੂੰ ਬਹੁਤ ਆਸਾਨ ਕਰ ਦੇਗੀ ਜੀ। ਸੋ ਇਹ ਗੱਲਾਂ ਬਾਤਾਂ ਵੀਜ਼ਾ ਹੈ, ਮੈਂ ਬਾਰ-ਬਾਰ ਕਹਿ ਰਿਹਾ, ਸਿਰਫ ਗੱਲਾਂ ਬਾਤਾਂ ਦੀ ਤੈਨੂੰ ਸਮਝ ਕੀ ਹੋਣੀ ਚਾਹੀਦੀ ਹੈ ਕਿ ਵੀਜ਼ਾ ਆਫੀਸਰ ਇਹ ਸੋਚ ਰਿਹਾ ਕਿ ਤੁਸੀਂ 7 ਸਮੁੰਦਰ ਪਾਰ ਕਰਕੇ ਇੱਥੇ ਆ ਰਹੇ ਹੋ, ਵੇਖਣ ਕੀ ਆ ਰਹੇ ਹੋ, ਉਹ ਤਾਂ ਜੀ ਆ ਕੇ ਵੇਖਾਂਗੇ, ਇਦਾਂ ਨਾ ਹੋਵੇ ਜੀ। ਸੋ ਤੁਸੀਂ ਤਾਜ ਮਹਿਲ ਵੀ ਜਾਂਦੇ ਹੋ, ਆਗਰੇ ਵੀ ਜਾਂਦੇ ਹੋ, ਤੈਨੂੰ ਤਾਜ ਮਹਿਲ ਦਿਮਾਗ 'ਚ ਲੈ ਕੇ ਜਾਂਦੇ ਹੋ ਤੁਸੀਂ। ਸੋ ਕੋਈ ਨਾ ਕੋਈ ਪਿਕਚਰ ਇਨਬਿਲਟ ਆ ਜਿਹਦਾ ਕਰਕੇ ਤੁਸੀਂ ਜਾਂਦੇ ਹੋ। ਅਮਰੀਕਾ ਦੇ ਵਿੱਚ ਵੀਜ਼ਾ ਅਪਲਾਈ ਕਰਨ ਲੱਗਿਆ ਸਾਡੇ ਇਕੱਲੇ ਡਾਲਰ ਦਾ ਪ੍ਰਿੰਟ ਬਣਿਆ ਆ, ਸਾਡੇ ਇਕੱਲੇ ਵੀਜ਼ੇ ਦਾ ਪ੍ਰਿੰਟ ਬਣਿਆ ਆ। ਸੋ ਸਾਨੂੰ ਸੁਭਾਅ ਨੂੰ ਉਸ ਮੁਤਾਬਕ ਚੇਂਜ ਕਰਨਾ ਆ, ਵੀਜ਼ਾ ਆਊਗਾ। ਸੋ ਕਈ ਵਾਰੀ ਖਾਲੀ ਹੁੰਦਾ ਪਾਸਪੋਰਟ, ਕੋਈ ਸਟੈਂਪ ਨਹੀਂ ਲੱਗੀ ਹੁੰਦੀ, ਸਵਾਲ ਕਰ ਲਿਆ ਜਾਂਦਾ ਵੀਜ਼ਾ ਆਫੀਸਰ ਦੇ ਵੱਲੋਂ ਕਿ ਪਹਿਲਾਂ ਕਿਤੇ ਗਏ ਹੋ, ਕਿਸ ਤਰ੍ਹਾਂ ਲਈਏ? ਇਹ ਬਹੁਤ ਇੰਪੋਰਟੈਂਟ ਆ ਬਿਕੋਜ਼ ਵੀਜ਼ਾ ਆਫੀਸਰ ਤੁਹਾਨੂੰ ਪੁੱਛ ਰਿਹਾ ਕਿ ਪਹਿਲਾਂ ਕਿਤੇ ਘੁੰਮਣ ਗਏ ਹੋ। ਸਾਨੂੰ ਸੁਣ ਰਿਹਾ ਪਹਿਲਾਂ ਇੰਡੀਆ ਤੋਂ ਬਾਹਰ ਕਿਤੇ ਘੁੰਮਣ ਗਏ ਹੋ। ਦੁਬਾਰਾ ਸੁਣੋ, ਤੁਹਾਨੂੰ ਪੁੱਛਿਆ ਇਹ ਗਿਆ ਕਿ ਪਹਿਲਾਂ ਕਿਤੇ ਘੁੰਮਣ ਫਿਰਨ ਗਏ ਹੋ। ਅਸੀਂ ਸੁਣਿਆ ਕਿ ਇੰਡੀਆ ਤੋਂ ਬਾਹਰ ਕਿਤੇ ਘੁੰਮਣ ਗਏ ਹੋ। ਇਹ ਸਾਡੀ ਕਿਉਂਕਿ ਅਜ਼ੰਪਸ਼ਨ ਆ ਕਿ ਨਹੀਂ ਇਹ ਸਿਰਫ ਉਹੀ ਪੁੱਛਦੇ ਹੋਣੇ ਆ। ਸੋ ਵੀਜ਼ਾ ਆਫੀਸਰ ਬੇਸਿਕਲੀ ਇਸ ਸਵਾਲ ਲਈ ਜਾਣਨਾ ਇਹ ਚਾਹੁੰਦਾ ਹੁੰਦਾ ਕਿ ਤੈਨੂੰ ਪੈਸੇ ਖਰਚਣ ਦੀ ਆਦਤ ਹੈਗੀ ਆ ਜੀ, ਕਿ 10,000 ਰੁਪਏ 'ਚ ਕਮਰਾ ਕਿਰਾਏ ਤੇ ਲਿਆਇਆ, ਕਦੀ ਹੌਲੀਡੇਇੰਗ ਕੀਤੀ ਆ ਕਿ ਕੱਲੀ ਅਮਰੀਕਾ ਜਾ ਕੇ ਹੌਲੀਡੇਇੰਗ ਆਉਣੀ ਆ। ਸੋ ਹਰ ਬੰਦਾ ਇਹਨੂੰ ਪੁੱਠੇ ਤਰੀਕੇ ਨਾਲ ਸੋਚਦਾ ਆ ਕਿ ਉਹਨਾਂ ਨੇ ਕਿਹਾ ਜੀ ਪਹਿਲਾਂ ਛੋਟੇ ਮੁਲਕ ਘੁੰਮ ਕੇ ਆਓ। ਇਹ ਕਹਿ ਹੀ ਨਹੀਂ ਸਕਦੇ ਹੋ। ਆਈ ਬੈਟ ਔਨ ਇਟ ਕਿ ਨਹੀਂ ਬੋਲਦੇ ਇਦਾਂ। ਹਾਂ ਬਟ ਸਟਿਲ ਮੈਨੂੰ ਲੱਗਦਾ ਜੀ ਇਹੀ ਕਿਹਾ। ਸੋ ਜਦੋਂ ਮੈਂ ਹਜ਼ਾਰਾਂ ਇੰਟਰਵਿਊਜ਼ ਦੇ ਬੇਸ ਦੇ ਉੱਪਰ ਤੁਹਾਡੇ ਨਾਲ ਇਹ ਲਾਈਕ ਡਿਸਕਸ਼ਨਸ ਕਰ ਰਿਹਾ, ਇੱਕ ਨੂੰ ਵੀ ਅੱਜ ਤੱਕ ਇਹ ਨਹੀਂ ਕਿਹਾ ਕਿ ਪਹਿਲਾਂ ਕਿਤੇ ਘੁੰਮ ਕੇ ਆਓ। ਸਧਾਰਨ ਸਵਾਲ ਹੁੰਦਾ ਕਿ ਪਹਿਲਾਂ ਕਿਤੇ ਘੁੰਮਣ ਫਿਰਨ ਗਏ ਹੋ, ਔਰ ਸਾਨੂੰ ਸੁਣਦਾ ਕਿ ਪਹਿਲਾਂ ਬਾਹਰ ਕਿਤੇ ਗਏ ਹੋ। ਅਸੀਂ ਕਹਿੰਦੇ ਨਹੀਂ ਜਨੀ ਇਹ ਪਾਪ ਨਹੀਂ ਕੀਤਾ। ਸੋ ਜਦੋਂ ਤੱਕ ਤੁਸੀਂ ਅਫੋਰਡੇਬਿਲਟੀ ਨਹੀਂ ਦਿਖਾਉਂਦੇ, ਜਦੋਂ ਤੱਕ ਤੁਸੀਂ ਆਪਣਾ ਲੇਅਰ, ਆਪਣਾ ਟੂਰਿਜ਼ਮ, ਆਪਣਾ ਹੌਲੀਡੇਇੰਗ ਦੇ ਤੁਹਾਡੀ ਚਾਹਤ ਉਹ ਨਹੀਂ ਦਿਖਾਉਂਦੇ, ਤੇ ਇਹ ਕਿੱਦਾਂ ਮੰਨਿਆ ਜਾਊਗਾ ਕਿ ਤੁਸੀਂ ਲਾਈਫ 'ਚ ਪਹਿਲੀ ਵਾਰੀ ਹੌਲੀਡੇਇੰਗ ਕਰਨੀ, ਉਹ ਵੀ ਇੱਥੋਂ ਦੀ ਕਰਨੀ ਹੈ ਜੀ। ਸੋ US ਮੈਂ ਲੱਖਾਂ ਵੀਜ਼ੇ ਐਸੇ ਜਾਣਦਾ ਹਾਂ, ਹਜ਼ਾਰਾਂ ਵੀਜ਼ੇ ਅਸੀਂ ਖੁਦ ਲਏ ਹੋਏ ਆ ਕਿ ਜਿਨ੍ਹਾਂ ਦੇ ਵਿੱਚ ਵਿਦਾਊਟ ਟਰੈਵਲ ਹਿਸਟਰੀਜ਼ ਵੀਜ਼ਾਸ ਨੇ। ਕੋਈ ਟਰੈਵਲ ਹਿਸਟਰੀ ਨਹੀਂ, ਪਹਿਲੀ ਵਾਰੀ ਤੁਸੀਂ ਅੰਬੈਸੀ ਗਏ ਹੋ, ਪਹਿਲੀ ਵਾਰੀ ਵੀਜ਼ਾ ਆ। ਸੋ ਇਸ ਅੰਬੈਸੀ ਨੂੰ ਤੁਹਾਡੀ ਟਰੈਵਲ ਹਿਸਟਰੀ ਨਾਲ ਕੋਈ ਮਤਲਬ ਨਹੀਂ ਹੈ, ਪਰ ਤੁਹਾਡੇ ਪੈਸੇ ਨਾਲ ਮਤਲਬ ਹੈਗਾ। ਸੋ ਅਗਰ ਤੁਹਾਡੇ ਪੈਸੇ ਖਰਚਣ ਦੀ ਆਦਤ ਹੈਗੀ ਆ, ਸੋ ਉਹ ਜਿਹੜੀ ਹੈ ਉਹ ਤੁਹਾਨੂੰ ਲਾਈਕ ਹੌਲੀਡੇਇੰਗ ਤੁਸੀਂ ਪਹਿਲਾਂ ਕਿਤੇ ਕੀਤੀ ਆ, ਉਹ ਤੁਹਾਨੂੰ ਵੀਜ਼ਾ ਹੈਲਪ ਕਰਦੀ ਆ। ਅਗਰ ਤੁਸੀਂ ਨਹੀਂ ਬੋਲਦੇ, ਤੁਹਾਡੇ ਪਾਸਪੋਰਟ ਦੀ ਟਰੈਵਲ ਹਿਸਟਰੀ ਅਗਰ ਹੈਗੀ ਆ, ਉਹ ਵੀ ਹੈਲਪ ਕਰਦੀ ਆ ਜੀ। ਆਈ ਸੇ ਕਿ ਅਗਰ ਪਾਸਪੋਰਟ ਦੇ ਕਿਤੇ ਪਹਿਲਾਂ ਟਰੈਵਲ ਕੀਤੇ ਹੋ, ਉਹ ਤਾਂ ਹੈਲਪ ਕਰੇਗਾ। ਅਗਰ ਨਹੀਂ ਵੀ ਕੀਤੇ, ਤੁਸੀਂ ਦੱਸੋ ਕਿ ਮੈਂ ਇੰਡੀਆ ਘੁੰਮਿਆ, ਮੈਂ ਬਹੁਤ ਸਾਰਾ ਇੱਥੇ ਸੈਰ ਸਪਾਟਾ ਕਰਦਾ, ਮੇਰਾ ਕਾਰੋਬਾਰ ਸੈਰ ਸਪਾਟੇ ਵਾਲਾ, ਵੀਜ਼ਾ ਤਾਂ ਵੀ ਮਿਲੇਗਾ ਜੀ। ਸੋ ਕਈ ਵਾਰੀ ਜਿਹੜਾ ਹੈ ਸਾਡੇ ਪਰਿਵਾਰ ਦੀ ਜਾਣਕਾਰੀ ਜਿਹੜੀ ਹੈ ਉਸ ਦੇ ਬਾਰੇ ਵਿੱਚ ਵੀ ਉਹ ਲੈਣਾ ਚਾਹੁੰਦੇ ਨੇ ਕਿ ਪਰਿਵਾਰ ਦੇ ਵਿੱਚ ਹੈ ਕੌਣ, ਤੇ ਉਹਦੇ ਵਿੱਚ ਵੀ ਅਸੀਂ ਕਈ ਵਾਰੀ ਸੋਚਣ ਲੱਗ ਜਾਂਦੇ ਕੀ ਦੱਸੀਏ। ਜੀ ਉਹ ਅਸਲ 'ਚ ਕੀ ਆ ਕਿ ਉਹ ਤਾਂ ਮਨਸ਼ਾ ਉੱਥੇ ਜਾਣਨ ਦੀ ਇਹ ਆ ਕਿ ਤੁਹਾਡੇ ਕੋਲੋਂ ਇਹ ਜਾਣਨ ਦੀ ਮਨਸ਼ਾ ਆ ਕਿ ਤੁਹਾਡੀਆਂ ਪਿੱਛੇ ਸੋਸ਼ਲ ਟਾਈਜ਼ ਹੈਗੀਆਂ ਕਿ ਨਹੀਂ ਹੈਗੀਆਂ, ਤੁਹਾਡੀ ਬਿਲੋਂਗਿੰਗਨੈਸ ਕਿਤੇ ਹੈਗੀ ਕਿ ਨਹੀਂ ਹੈਗੀ, ਤੁਹਾਡੇ ਮੁੜਨ ਦੇ ਕਾਰਨ ਹੈਗੇ ਕਿ ਨਹੀਂ ਹੈਗੇ। ਸੋ ਅਗਰ ਤੁਹਾਡਾ ਪਿੱਛੇ ਕਾਰੋਬਾਰ ਆ, ਅਗਰ ਤੁਹਾਡੇ ਪਿੱਛੇ ਪਰਿਵਾਰ ਆ, ਅਗਰ ਤੁਹਾਡੇ ਫਰੈਂਡਸ ਐਂਡ ਫੈਮਲੀਜ਼ ਆ, ਜਿੰਨੀ ਸੋਸ਼ਲ ਇੰਪੋਰਟੈਂਸ ਤੁਸੀਂ ਆਪਣੇ ਆਪ ਨੂੰ ਦੋਗੇ, ਉਨਾ ਹੀ ਵੀਜ਼ਾ ਸੌਖਾ ਆ ਜੀ। ਸੋ ਜਿੰਨਾ ਕਹੋਗੇ ਕਿ ਮੇਰੇ ਸਾਰੇ ਬੱਚੇ ਬਾਹਰ ਨੇ, ਮੈਂ ਇਕੱਲੀ ਆ, ਮੈਂ ਵੀ ਘੁੰਮਣ ਚੱਲੀ ਆ, ਨਾ, ਕਦੀ ਨਹੀਂ ਜੀ। ਸੋ ਤੁਹਾਨੂੰ ਇਹ ਦੱਸਣਾ ਪਊਗਾ ਕਿ ਮੇਰੀ ਸਾਰੀ ਦੁਨੀਆ ਇੱਥੇ ਹੀ ਆ, ਮੇਰਾ ਇਹ ਤੋਂ ਬਿਨਾ ਨਹੀਂ ਸਰਦਾ। ਸੋ ਮੇਰਾ ਇੱਥੇ ਆਉਣਾ ਇਸ ਕਰਕੇ ਲਾਜ਼ਮੀ ਆ। ਸੋ ਵੀਜ਼ਾ ਬੜੇ ਆਰਾਮ ਨਾਲ ਮਿਲੇਗਾ।
ਸੋ ਸਾਨੂੰ ਸਿਰਫ ਜਿੱਦਣ ਸ਼ਰਤਾਂ ਸਮਝ ਲੱਗ ਗਈਆਂ ਉਦੋਂ ਵੀਜ਼ਾ ਸੌਖੇ ਨੇ। ਜੀ, ਪਰਿਵਾਰ ਦੇ ਬਾਰੇ ਅਸੀਂ ਜਾਣਕਾਰੀ ਦੇ ਦਿੰਨੇ ਆ ਵੀ ਸਾਡੇ ਪਿੱਛੇ ਪਰਿਵਾਰ ਫੈਮਿਲੀ ਮੈਂਬਰਸ ਹੈਗੇ ਨੇ, ਫਿਰ ਉਹ ਇਹ ਵੀ ਪੁੱਛ ਸਕਦੇ ਨੇ ਕਿ ਤੁਹਾਡਾ ਇੱਥੇ ਕੰਮਕਾਰ ਕੌਣ ਸੰਭਾਲੂਗਾ, ਫਿਰ ਕੀ ਕਹਿਣਾ ਚਾਹੀਦਾ? ਦੇਖੋ ਇਹ ਇੱਥੋਂ ਹੁਣ ਇਕਨੋਮਿਕ ਟਾਈਜ਼ ਦਾ ਮਸਲਾ ਸ਼ੁਰੂ ਹੋ ਗਿਆ। ਇਕਨੋਮਿਕ ਟਾਈਜ਼ ਦਾ ਮਤਲਬ ਹੈ ਕਿ ਮੈਂ ਕਹਿੰਦਾ ਜੀ ਮੈਂ ਚੱਲਿਆ ਘੁੰਮਣ, ਮੈਂ ਨਿਆਣਿਆਂ ਦੇ ਮਾਮੇ ਨੂੰ ਕਹਿ ਚੱਲਿਆ ਵੀ ਉਹ 4 ਦਿਨ ਇੱਥੇ ਬੈਠ ਕੇ ਪਹਿਰਾ ਦਊਗਾ, ਇਹ ਗਲਤ ਆ ਜੀ। ਸੋ ਇਹ ਲੇਅਰ ਆ, ਹੌਲੀਡੇਇੰਗ ਆ, ਯੂ ਆਰ ਗੋਇੰਗ ਵਿਦ ਅ ਸਮਾਈਲ, ਕਿਸੇ ਨੂੰ ਬੰਨ ਕੇ ਨਹੀਂ ਜਾ ਰਹੇ। ਸੋ ਤੁਸੀਂ ਇਹ ਦੱਸ ਰਹੇ ਹੋ ਕਿ ਜਿਹੜਾ ਮੇਰਾ ਕਾਰੋਬਾਰ ਆ ਉਹ ਆਟੋ ਪਾਇਲਟ ਆ, ਉਹ ਆਲਰੇਡੀ ਆਪਣੇ ਆਪ ਚੱਲਦਾ ਆ। ਸੋ ਅਗਰ ਮੇਰਾ ਆਟੋ ਪਾਇਲਟ ਕੰਮ ਆ ਤਾਂ ਮੇਰੀ ਅਫੋਰਡੇਬਿਲਟੀ ਹੋਰ ਸੌਖੀ ਹੋਗੀ। ਅਗਰ ਮੇਰੇ ਬਾਹਰ ਜਾ ਰਿਹਾ, ਮੇਰਾ ਪੈਸਾ ਇੱਥੇ ਆਲਰੇਡੀ ਬਣ ਰਿਹਾ, ਇਹ ਹੋਰ ਅਫੋਰਡੇਬਿਲਟੀ ਹੋਗੀ। ਔਰ ਅਗਰ ਲੱਗ ਰਿਹਾ ਕਿ ਮੇਰੇ ਕੋਲ ਇੱਥੇ ਕਾਰੋਬਾਰ ਵੀ ਬੰਦ ਕਰਕੇ ਜਾਣਾ ਪੈ ਰਿਹਾ, ਮੇਰੇ ਕੋਲ ਜਿਹੜੇ ਜੇਬ 'ਚ 4 ਰੁਪਈਏ ਉਹ ਮੈਂ ਨਾਲ ਲੈ ਚੱਲਿਆ ਤੇ ਉੱਥੇ ਜਾ ਕੇ ਮੇਰੇ ਕੋਲ ਪੈਸੇ ਮੁੱਕ ਜਾਣੇ ਆ ਤੇ ਵਾਪਸ ਮੈਨੂੰ ਭੱਜਣਾ ਤਾਂ ਪੈਣਾ, ਮੈਂ ਇੱਥੇ ਪੈਸੇ ਕਮਾਊਂਗਾ। ਉੱਥੇ ਇਹ ਅਸਿਊਮ ਕੀਤਾ ਜਾਂਦਾ ਕਿ ਪੈਸੇ ਕਮਾਉਣ ਦੀ ਮੌਕੇ ਉੱਥੇ ਸੌਖੇ ਆ। ਸੋ ਅਲਟੀਮੇਟਲੀ ਪ੍ਰੂਵ ਇਹ ਕਰਨਾ ਕਿ ਤੁਹਾਡੇ ਕੋਲ ਸਰਮਾਏਦਾਰੀ ਆ, ਇਹ ਜੇ ਨੋਟਾਂ ਨਾਲ ਭਰੀ ਆ ਔਰ ਅਫੋਰਡੇਬਿਲਟੀ ਹੈਗੀ ਆ, ਤੁਸੀਂ ਸੌਖੇ ਪੈਸੇ ਖਰਚ ਸਕਦੇ ਹੋ, ਵੀਜ਼ਾ ਆਰਾਮ ਨਾਲ ਮਿਲੇਗਾ। ਕਈ ਵਾਰੀ ਅਸੀਂ ਇਕੱਲਿਆਂ ਨੇ ਵੀਜ਼ਾ ਲਵਾਉਣਾ ਹੁੰਦਾ ਹੈ, ਫੈਮਿਲੀ ਨੂੰ ਨਹੀਂ ਲੈ ਕੇ ਜਾ ਰਹੇ ਆਪਾਂ ਨਾਲ, ਤੇ ਕਈ ਵਾਰੀ ਉਹ ਐਵੇਂ ਪੁੱਛ ਲੈਂਦੇ ਆ ਕਿ ਤੁਹਾਡੀ ਫੈਮਿਲੀ ਕਿਉਂ ਨਹੀਂ ਜਾ ਰਹੀ, ਜਾਂ ਵਾਈਫ ਬੱਚੇ ਉਹ ਕਿਉਂ ਨਹੀਂ ਜਾ ਰਹੇ, ਫਿਰ ਕੀ ਜਵਾਬ ਦੇਣਾ ਬਣਦਾ? ਅਲਟੀਮੇਟਲੀ ਇਹ ਥੋੜਾ ਟ੍ਰਿਕੀ ਆ ਬਿਕੋਜ਼ ਕਈ ਵਾਰੀ ਬਿਕੋਜ਼ ਸਾਡਾ ਸਮਾਜ ਜਿਹੜਾ ਆ ਉਹ ਲਾਈਕ ਮੈਨਹੁੱਡ ਦੇ ਉੱਪਰ ਆ, ਲਾਈਕ ਜ਼ਿਆਦਾ ਮੈਨ ਡੋਮੀਨੇਟਡ ਆ। ਸੋ ਨਾਰਮਲੀ ਜਿਹੜੇ ਇੰਡੀਵਿਜੂਅਲ ਬੰਦੇ ਜਾਂਦੇ ਆ ਜਦੋਂ ਐਮਬੈਸੀਜ਼, ਉਹ ਅਲਟੀਮੇਟਲੀ ਪ੍ਰੂਵ ਇਹ ਕਰਦੇ ਆ ਕਿ ਨਹੀਂ ਜੀ ਨਹੀਂ ਮੈਂ ਘੁੰਮ ਕੇ ਆਉਂਗਾ ਤੇ ਫਿਰ ਮੈਂ ਨਾ ਅਗਲੀ ਵਾਰੀ ਵੇਖੂੰਗਾ ਉਹਨਾਂ ਦਾ ਠੀਕ ਆ ਜਾਣਾ ਕਿ ਨਹੀਂ। ਸੋ ਅਲਟੀਮੇਟਲੀ ਵਾਟ ਵੀ ਟਰਾਈ ਟੂ ਸੇ ਇਜ਼ ਅਸੀਂ ਇਹ ਸਿੱਧ ਕਰ ਰਹੇ ਹਾਂ ਐਮਬੈਸੀ ਦੇ ਵਿੱਚ ਜਾ ਕੇ ਕਿ ਮौज ਮਸਤੀ ਕਰਨ ਦਾ ਹੱਕ ਤਾਂ ਇਕੱਲਾ ਬੰਦਿਆਂ ਨੂੰ ਆ। ਸੋ ਸਾਡੇ ਪਰਿਵਾਰ 'ਚ ਮौज ਮਸਤੀ ਵਾਲਾ ਇਹ ਜਿਹੜਾ ਹੱਕ ਆ ਇਹ ਇਕੱਲਾ ਇਸ ਟਾਈਮ ਮੇਰੇ ਕੋਲ ਆ। ਸੋ ਇਹ ਨੈਗੇਟਿਵ ਆ। ਸੋ ਅਲਟੀਮੇਟਲੀ ਵੀ ਨੀਡ ਟੂ ਕ੍ਰੀਏਟ ਸਮਥਿੰਗ ਕਿ ਵਾਈਫ ਹੈ, ਯੈਸ ਜੀ ਉਹ ਨੈਕਸਟ ਟ੍ਰਿਪ 'ਚ ਮੇਰੇ ਨਾਲ ਜਾ ਰਹੀ ਹੈ, ਸੋ ਯੈਸ ਅਗਲੀ ਵਾਰੀ ਅਸੀਂ ਇਕੱਠੇ ਜਾ ਰਹੇ ਹਾਂ, ਕਿਸੇ ਨਾ ਕਿਸੇ ਤਰੀਕੇ ਦੀ ਪੋਜ਼ਿਟਿਵਿਟੀ ਕਿ ਯੈਸ ਉਹ ਅੰਗੇਜ ਸੀਗੇ, ਉਹ ਆਲਰੇਡੀ ਉਹਦੀਆਂ ਹੌਲੀਡੇਜ਼ ਦੂਸਰੇ ਪਾਸੇ ਚੱਲ ਰਹੀਆਂ ਤੇ ਮੇਰਾ ਟਾਈਮ ਸੀ, ਮੇਰੀਆਂ ਹੌਲੀਡੇਜ਼ ਇੱਧਰ ਚੱਲੀਆਂ, ਨੈਕਸਟ ਹੌਲੀਡੇਜ਼ ਸਾਡੀਆਂ ਇਕੱਠੀਆਂ ਨੇ। ਜਾਂ ਟਰਾਈ ਕਰੋ ਜਿਹੜੀਆਂ ਐਪਲੀਕੇਸ਼ਨਸ ਇਕੱਠੀਆਂ ਲਾਓ, ਉਹਨਾਂ ਦੇ ਰਿਜ਼ਲਟ ਹੋਰ ਜ਼ਿਆਦਾ ਪੋਜ਼ਿਟਿਵ ਆਉਂਦੇ ਆ। ਸੋ ਇਹ ਛੋਟੀਆਂ ਛੋਟੀਆਂ ਨੈਗੇਟਿਵਿਟੀ ਵਾਲੀਆਂ ਹਜ਼ਾਰ ਅਜ਼ੰਪਸ਼ਨਸ, ਹਜ਼ਾਰ ਟ੍ਰੇਨਿੰਗਸ ਨੇ। ਸੋ ਅਲਟੀਮੇਟਲੀ ਸਾਡੇ ਈਵਨ ਟ੍ਰੇਨਿੰਗ ਸੈਸ਼ਨ ਅਸੀਂ ਕਾਫੀ ਲਾਈਕ ਜਿਹੜੇ ਐਪਲੀਕੈਂਟਸ ਉਹਨਾਂ ਦੇ ਕਰਦੇ ਹਾਂ, ਔਰ ਅਸੀਂ ਵੀ ਗਾਰੰਟੀ ਕਿ ਕੋਈ ਸਵਾਲ ਬਾਹਰੋਂ ਨਹੀਂ ਆ ਸਕਦਾ, ਕੋਈ ਜਵਾਬ ਬਾਹਰੋਂ ਨਹੀਂ ਆ ਸਕਦਾ। ਬਿਕੋਜ਼ ਕੱਲੇ ਕੈਂਡੀਡੇਟ ਦੀਆਂ ਅਸੀਂ ਸਿਚੁਏਸ਼ਨਸ ਜਿਹੜੀਆਂ ਉਹਨਾਂ ਨੂੰ ਕੱਲੇ ਨੂੰ ਸਮਝ ਕੇ ਉਹਨਾਂ ਨੂੰ ਟ੍ਰੇਨ ਕਰਦੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਔਰ ਜਦੋਂ ਅਸੀਂ ਉਸ ਤਰੀਕੇ ਨਾਲ ਕਰਦੇ ਆ ਫਿਰ ਵੀਜ਼ਾ ਲੈਣਾ ਬਹੁਤ ਸੌਖਾ ਲੱਗਦਾ ਆ। ਔਰ ਇਹੋ ਜਿਹੇ ਸਵਾਲ ਜਿਹੜੇ ਬਹੁਤ ਟ੍ਰਿਕੀ ਕਈ ਵਾਰੀ ਲੱਗਦੇ ਆ ਔਰ ਜਿਨ੍ਹਾਂ ਨੂੰ ਕੈਰੀ ਔਨ ਕਰਨਾ ਬਹੁਤ ਈਜ਼ੀ ਹੈ। ਲਾਸਟ ਮੰਥ ਵੀ ਹੈਡ ਅ ਸਟੂਡੈਂਟ ਵੀਜ਼ਾ, ਲੜਕੀ, ਮੈਂ ਪਹਿਲਾਂ ਵੀ ਸ਼ੋਅ 'ਚ ਜ਼ਿਕਰ ਕੀਤਾ ਸੀ ਇਸ ਇੰਟਰਵਿਊ ਦਾ ਕਰਕੇ, ਬਿਕੋਜ਼ ਲੜਕੀ ਦਾ ਵੀਜ਼ਾ ਆ 3 ਵਾਰੀ US ਰਿਫਿਊਜ਼ ਹੋਇਆ ਸੀ। ਗਾਇਨਾਕੋਲੋਜਿਸਟ ਸੀ ਲੋਕਲ ਜਲੰਧਰ ਦੇ ਹਸਪੀਟਲ ਦੇ ਵਿੱਚ, ਐਂਡ ਮਾਸਟਰਸ ਪ੍ਰੋਗਰਾਮ ਦੇ ਲਈ ਜਾ ਰਹੀ ਸੀ, ਮਾਸਟਰ ਵੀ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ, ਜਿਹੜਾ ਕਿ ਲਾਈਕ ਹੈਲਥ ਕੇਅਰ ਦੇ ਨਾਲ ਐਡ ਆਨ ਨਹੀਂ ਹੈਗਾ ਸੀ। ਕੁਛੜ 3 ਸਾਲ ਦੀ ਕੁੜੀ ਸੀ। ਸੋ ਲਾਈਕ 2 ਵਾਰੀ ਰਿਫਿਊਜ਼ਲ ਪਹਿਲਾਂ ਇਸੇ ਕਰਕੇ ਸੀ ਕਿ ਬਿਕੋਜ਼ ਉਹਦੀ ਬਾਡੀ ਲੈਂਗੁਏਜ ਤੋਂ ਨਹੀਂ ਲੱਗ ਰਿਹਾ ਸੀ ਕਿ ਸ਼ੀ ਇਜ਼ ਨਾਟ ਕੰਫਰਟੇਬਲ ਵਿਦ ਦ ਗਰਲ ਸ਼ੀ ਇਜ਼ ਕੈਰਿੰਗ ਅਲੋਂਗ ਵਿਦ। ਔਰ ਮੇਰਾ ਲਾਈਕ ਸ਼ੀ ਵਾਜ਼ ਆਲ ਆਊਟ ਕਿ ਮੇਰਾ ਜੀ ਐਤਕੀ ਟੱਕਰ ਮਾਰਨੀ ਐਮਬੈਸੀ ਹੋ ਗਿਆ ਠੀਕ ਆ, ਨਹੀਂ ਤੇ ਮੈਂ ਮਤਲਬ ਸਟੋਰੀ ਖਤਮ, ਆਪਾਂ ਉਸ ਤੋਂ ਬਾਅਦ ਨਾਂ ਨਹੀਂ ਲੈਣਾ ਜੀ। ਤੇ ਲਾਈਕ ਮੈਂ ਸਡਨਲੀ ਆਇਆ ਆਸ ਕਿ ਬੀਬੀ ਜੀ ਇਹ ਕੁਛੜ ਕੁੜੀ ਚੱਕ ਕੇ ਪੜੋਗੇ ਕਿੱਦਾਂ? ਔਰ ਯਕੀਨ ਮੰਨੋ ਉਹਦੀ ਨਾਲ ਹੀ ਸਾਰੀ ਜਿੱਦਾਂ ਹਵਾ ਨਹੀਂ ਨਿਕਲ ਗਈ ਕਿ ਹਾਂਜੀ ਇਹ ਤੇ ਬੜਾ ਔਖਾ ਜੀ। ਸੋ ਜਦ ਤੱਕ ਤੁਸੀਂ ਖੁਦ ਨੂੰ ਕਨਵਿੰਸ ਨਹੀਂ ਕਰੋਗੇ ਤੁਸੀਂ ਵੀਜ਼ਾ ਆਫਿਸਰ ਨੂੰ ਕਿੱਥੋਂ ਕਨਵਿੰਸ ਕਰ ਲਓਗੇ ਜੀ। ਸੋ ਯੈਸ ਵੀ ਵਰਕਡ ਔਨ ਦੈਟ ਐਪਲੀਕੇਸ਼ਨ, ਉਹਦੀਆਂ ਅਸੀਂ ਐਪਲੀਕੇਸ਼ਨ ਅਜ਼ੰਪਸ਼ਨਸ ਉੱਪਰ ਸਾਰਾ ਕੰਮ ਕਰ ਕੀਤਾ, ਐਂਡ ਯੈਸ ਨੈਕਸਟ ਟ੍ਰਿਪ ਦੇ ਵਿੱਚ ਹਾਰਡਲੀ 2-3 ਮਿੰਟ ਦੇ ਵਿੱਚ ਉਹਦੀ ਇੰਟਰਵਿਊ ਕਲੀਅਰ ਸੀ। ਸੋ ਇਹ ਕੋਈ ਜਾਦੂ ਨਹੀਂ ਆ, ਇੱਕ ਸਾਇੰਟੀਫਿਕ ਪ੍ਰੋਸੈਸ ਆ, ਪ੍ਰੋਸੀਜਰ ਆ। ਇਹਦੀ ਜਾਂ ਤਾਂ ਤੁਹਾਨੂੰ ਸਮਝ ਹੈਗੀ ਆ ਜਾਂ ਤੁਹਾਨੂੰ ਸਮਝ ਨਹੀਂ ਆ। ਸੋ ਬਹੁਤ ਸਾਰੇ ਤੁਸੀਂ ਵੇਖਦੇ ਹੋ ਬਹੁਤ ਸਾਰੇ ਡਿਜ਼ਾਈਨਰਸ ਨੇ, ਲਾਈਕ ਕੋਈ ਬਹੁਤ ਉੱਪਰਲਾ ਡਿਜ਼ਾਈਨਰ ਹੈ, ਕੋਈ ਇਕੱਲਾ ਮਤਲਬ ਹਲਕਾ ਡਿਜ਼ਾਈਨਰ ਹੈ। ਸੋ ਜਾਂ ਕਿਸੇ ਨੂੰ ਕਲਰਸ ਦੀ ਸਮਝ ਹੈਗੀ ਆ ਜਾਂ ਕਲਰਸ ਦੀ ਸਮਝ ਨਹੀਂ ਹੈਗੀ। ਸੋ ਇਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਤੁਸੀਂ ਸਮਝ ਸਕਦੇ ਹੋ ਕਿ ਜਾਂ ਤੁਸੀਂ ਉਸ ਦੁਨੀਆ ਨੂੰ ਜਾਣਦੇ ਹੋ ਜਾਂ ਤੁਸੀਂ ਇਕੱਲੇ ਕਾਗਜ਼ ਭਰ ਕੇ ਐਮਬੈਸੀ ਤੱਕ ਭੇਜਣ ਦੀ ਗੱਲਬਾਤ ਕਰਦੇ ਹੋ। ਸੋ ਵਾਂਸ ਯੂ ਅੰਡਰਸਟੈਂਡ ਦੈਟ ਸਾਇੰਸ, ਤੁਹਾਨੂੰ ਬਹੁਤ ਸੌਖੀਆਂ ਚੀਜ਼ਾਂ ਦਿਸਦੀਆਂ ਨੇ ਔਰ ਇਸੇ ਕਰਕੇ ਅਸੀਂ ਇਹ ਚੀਜ਼ ਦਿਖਾ ਪਾਉਨੇ ਆ ਜੀ। ਔਰ ਇਸੇ ਕਰਕੇ ਬਾਰ-ਬਾਰ ਕਹਿੰਦੇ ਆ ਕਿ ਸਭ ਤੋਂ ਸੌਖੇ ਵੀਜ਼ੇ ਅਮਰੀਕਾ ਦੇ ਨੇ। ਸੋ ਜਿਵੇਂ ਤੁਸੀਂ ਕਾਗਜ਼ਾਂ ਦੀ ਗੱਲ ਕੀਤੀ ਹੈ, ਕਈ ਵਾਰੀ ਅਸੀਂ ਇਹ ਸੋਚ ਲੈਂਦੇ ਆ ਕਿ ਸਾਡੇ ਕੋਲ ਪੇਪਰ ਘੱਟ ਨੇ ਸ਼ਾਇਦ ਤਾਂ ਵੀਜ਼ਾ ਨਹੀਂ ਲੱਗਿਆ।
ਉਹ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈ ਯੂਐਸਏ ਦੀ ਦੇਖੋ ਵੀਜ਼ਾ? ਇਹ ਐਮਬੈਸੀ ਸਭ ਤੋਂ ਵੱਧ ਤੁਹਾਡੇ ਤੇ ਖੁਦ ਤੇ ਯਕੀਨ ਕਰਦੀ ਹੈ। ਇਹ ਐਮਬੈਸੀ ਕਾਗਜ਼ਾਂ ਨੂੰ ਸਾਈਡ ਤੇ ਰੱਖ ਕੇ ਫਿਰ ਤੁਹਾਡੇ ਨਾਲ ਗੱਲ ਕਰਦੀ ਹੈ। ਬਹੁਤ ਸਾਰੇ ਕੇਸਿਸ ਇੱਥੇ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਦੇ ਵਿੱਚ ਵੀ ਜਾਂਦੇ ਨੇ, ਜਿਹੜੇ ਕਿ ਸੈਕੰਡ ਲੈਵਲ ਆਫ ਵੈਰੀਫਿਕੇਸ਼ਨਸ ਵਿੱਚ ਜਾਂਦੇ ਆ, ਬਟ ਪਹਿਲਾਂ ਉਹ ਜਾਂਦੇ ਨੇ ਜਿਹੜੇ ਸਕਸੈਸਫੁਲ ਕੈਂਡੀਡੇਟ ਹੁੰਦੇ ਨੇ। ਜਿਹੜਾ ਪਹਿਲੀ ਸਕਰੀਨਿੰਗ ਆ ਉਹ ਤੁਹਾਡੀ ਕੱਲਿਆਂ ਦੀ ਆ। ਸੋ ਵੀਜ਼ਾ ਆਫਿਸਰ ਤੁਹਾਡੇ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਕਾਗਜ਼ਾਂ ਦੀ ਗੱਲ ਹੈ ਜੀ। ਸੋ ਸਾਡੀ ਕਿਉਂਕਿ ਸੁਭਾਅ ਦੇ ਵਿੱਚ ਅਸੀਂ ਕਹਿੰਦੇ ਕਿ ਪਹਿਲਾਂ ਕਾਗਜ਼ ਚੈੱਕ ਕਰ ਲਓ, ਕਹਿੰਦਾ ਯਾਰ ਪਹਿਲਾਂ ਤੂੰ ਤਾਂ ਦੱਸ ਲਾ। ਸੋ ਇਸ ਕਨਫਿਊਜ਼ਨ ਵਿੱਚ ਬਹੁਤ ਸਾਰੇ ਐਪਲੀਕੈਂਟ ਜਿਹੜੇ ਰਿਫਿਊਜ਼ ਹੁੰਦੇ ਆ ਜੀ। ਸੋ ਕਈ ਵਾਰੀ ਇੰਜ ਹੋ ਜਾਂਦਾ, ਅਸੀਂ ਬਾਹਰ ਤਾਂ ਚੱਲੇ ਆ, ਅਸੀਂ ਜਾਣੇ ਤੇ ਇਹੀ ਸੋਚ ਕੇ ਆ ਕਿ ਅਸੀਂ ਵਾਪਸ ਨਹੀਂ ਆਉਣਾ, ਉੱਥੇ ਹੀ ਰਹਿਣਾ, ਪੀਆਰ ਲੈਣੀ ਹੈ। ਸੋ ਕਈ ਵਾਰੀ ਇਹ ਵੀ ਵੀਜ਼ਾ ਆਫਿਸਰ ਪੁੱਛ ਸਕਦਾ ਹੈ ਕਿ ਤੂੰ ਵਾਪਸ ਆਏਗਾ ਕਿ ਨਹੀਂ ਆਏਗਾ। ਕੀ ਇਹ ਸਵਾਲ ਹੁੰਦਾ? ਦੇਖੋ ਇਹ ਸਵਾਲ ਅਗਰ ਹੁੰਦਾ ਆ, ਇਟ ਮੀਨਸ ਯੂ ਫੇਲਡ ਯੂਰ ਇੰਟਰਵਿਊ, ਬਿਕੋਜ਼ ਇਹਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਆਪਣੀਆਂ ਸੋਸ਼ਲ ਤੇ ਇਕਨੋਮਿਕ ਟਾਈਜ਼ ਸਿੱਧ ਨਹੀਂ ਕਰ ਪਾਏ, ਤਾਂ ਇਹ ਸਵਾਲ ਹੈ। ਓਕੇ। ਬਿਕੋਜ਼ ਤੁਸੀਂ ਸੋਚੋ ਇਹ ਸਵਾਲ ਅੰਬਾਨੀ ਦੇ ਮੁੰਡੇ ਨੂੰ ਕੀਤਾ ਜਾ ਸਕਦਾ? ਤੁਸੀਂ ਖੁਦ ਸੋਚ ਕੇ ਵੇਖੋ ਕਿ ਅੰਬਾਨੀ ਦਾ ਮਤਲਬ ਮੁੰਡਾ ਉੱਥੇ ਐਮਬੈਸੀ 'ਚ ਖੜਾ ਹੋਵੇ ਔਰ ਉਹਨੂੰ ਵੀਜ਼ਾ ਆਫਿਸਰ ਕਹੇ ਯਾਰ ਕੀ ਗਾਰੰਟੀ ਹੈ ਤੂੰ ਪੱਕਾ ਆ ਜਾਏਗਾ। ਸੋ ਕੁਝ ਚੀਜ਼ਾਂ ਤੁਸੀਂ ਅਲਾਉ ਨਹੀਂ ਕਰਦੇ, ਤੁਹਾਡੀ ਬਾਡੀ ਲੈਂਗੁਏਜ ਅਲਾਉ ਨਹੀਂ ਕਰਦੀ। ਸੋ ਇਸ ਕਰਕੇ ਇਹ ਤੁਹਾਡਾ ਔਰਾ ਆ, ਇਹ ਤੁਹਾਡਾ ਲਾਈਕ ਜਿਹੜਾ ਕ੍ਰੀਏਟ ਕੀਤਾ ਪਿਆ এনवायरमेंट ਆ, ਬਿਕੋਜ਼ ਇਸ এনवायरमेंट ਦੇ ਕ੍ਰੀਏਟਰ ਤੁਸੀਂ ਹੋ। ਇਹ ਵੀਜ਼ਾ ਆਫਿਸਰ ਕ੍ਰੀਏਟਰ ਨਹੀਂ ਹੈ। ਵੀਜ਼ਾ ਆਫਿਸਰ ਕੋ ਤਾਂ 1000 ਬੰਦਾ ਭੁਗਤ ਰਿਹਾ, ਉਹਦੇ ਚੋਂ ਕਿਸੇ ਨੂੰ ਵੀਜ਼ਾ ਦੇ ਰਿਹਾ, ਕਿਸੇ ਨੂੰ ਨਹੀਂ ਦੇ ਰਿਹਾ, ਉਹਦੇ ਪੈਰਾਮੀਟਰਸ ਆਪਾਂ ਚੈੱਕ ਕਰ ਰਹੇ ਹਾਂ ਜੀ। ਸੋ ਅਸੀਂ ਕਿਹੜੇ ਪਾਸੇ ਨੂੰ ਭੁਗਤਣਾ, ਇਹ ਤਾਂ ਸਾਡੇ ਤੇ ਆ। ਇੱਕ ਆ ਕਿ ਅਸੀਂ ਕੱਲਾ ਕੁੰਡਾ ਖੜਕਾਉਣ ਚੱਲੇ ਆ, ਇੱਕ ਕੱਲਾ ਅਸੀਂ ਟੱਕਰ ਮਾਰਨ ਚੱਲੇ ਆ, ਇੱਕ ਅਸੀਂ ਸਮਝ ਕੇ ਆਪਣੀ ਐਪਲੀਕੇਸ਼ਨ ਫਿਰ ਜਾ ਰਹੇ ਹਾਂ। ਤੁਸੀਂ ਕਿਸ ਤਰ੍ਹਾਂ ਦੇ ਐਪਲੀਕੈਂਟ ਹੋ, ਉਹਨੇ ਵੀਜ਼ਾ ਤੈਅ ਕਰਨਾ ਹੈ। ਕਈ ਵਾਰੀ ਅਸੀਂ ਇਹ ਵੀ ਸੋਚ ਲੈਂਦੇ ਆ ਕਿ ਅਸੀਂ ਜੈਂਟਲਮੈਨ ਬਣ ਕੇ ਨਹੀਂ ਚੱਲੇ, ਸਿੰਪਲ ਸਾਦੇ ਕੱਪੜੇ ਪਾਏ, ਆਪਣੇ ਅਟਾਇਰ ਤੋਂ ਵੀ ਕਈ ਵਾਰੀ ਆਪਣੇ ਆਪ ਨੂੰ ਹੀ ਸਮਝਾਉਂਦੇ ਰਹਿੰਦੇ ਆ ਕਿ ਤੂੰ ਸਿੰਪਲ ਜਿਹਾ ਚੱਲਣਾ, ਪਤਾ ਨਹੀਂ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ, ਸਾਨੂੰ ਸੋਹਣਾ ਬਣ ਕੇ ਜਾਣਾ ਪਏਗਾ। ਕੀ ਇਹ ਵੀ ਮਾਇਨੇ ਰੱਖਦਾ? ਦੇਖੋ ਬਹੁਤ ਸਾਰੇ ਪੋਲੀਟੀਸ਼ੀਅਨ ਸਾਡੇ ਅਰਬਾਂਪਤੀ ਨੇ, ਸਧਾਰਨ ਕੁੜਤੇ ਪਜਾਮੇ 'ਚ ਹੁੰਦੇ ਆ। ਸੋ ਚੀਜ਼ਾਂ ਦਾ ਫਰਕ ਪੈਂਦਾ ਆ, ਬਟ ਇਹੀ ਸਭ ਕੁਝ ਆ, ਇਹ ਨਹੀਂ ਆ ਜੀ। ਸੋ ਮੈਂ ਮਤਲਬ ਬਹੁਤ ਸਾਰੇ ਲੋਕਾਂ ਨੂੰ ਸੋਨੇ ਨਾਲ ਲੱਦ ਕੇ ਐਮਬੈਸੀ ਜਾਂਦੇ ਵੇਖਿਆ। ਕਿਹੜਾ ਜਾਂਦਾ ਐਮਬੈਸੀ ਇਸ ਤਰੀਕੇ ਨਾਲ ਯਾਰ ਜੀ? ਏਜੰਟ ਕਹਿੰਦੇ ਵੀ 4-4 ਹਾਰ ਪਾ ਕੇ ਜਾਓ ਤਾਂ ਪਤਾ ਲੱਗੇ ਸੋਨੇ ਵਾਲੀ, ਮਤਲਬ ਉਹ ਤੁਸੀਂ ਮੰਗ ਕੇ ਵੀ ਪਾ ਲਓਗੇ। ਬਿਲਕੁਲ। ਸੋ ਤੁਹਾਡੀ ਪੋਜ਼ਿਟਿਵਿਟੀ ਤੋਂ ਤੁਸੀਂ ਅਮੀਰ ਲੱਗਣੇ ਚਾਹੀਦੇ ਹੋ। ਤੁਹਾਡੇ ਕੱਪੜਿਆਂ ਤੋਂ ਯੈਸ ਡੈਫੀਨੇਟਲੀ ਯੂ ਆਰ ਵੇਅਰਿੰਗ ਨਾਈਸ ਸੂਟ, ਚੰਗੀ ਗੱਲ ਹੈ, ਬਟ ਜਿਹੜਾ ਅਮੀਰੀ ਨੂੰ ਤੁਸੀਂ ਕਹੋ ਵੀ ਮੈਂ ਬਹੁਤ ਜ਼ਿਆਦਾ ਬ੍ਰਾਂਡਡ ਪਾਏ ਹੋਣ, ਫੰਕੀ ਪਾਈ ਹੋਣ, ਉਹਦੇ ਨਾਲ ਵੀਜ਼ਾ ਮਿਲ ਜੂ, ਉਹਦੇ ਨਾਲ ਮਿਲ ਜੂ। ਯੈਸ ਪ੍ਰੈਜ਼ੈਂਟੇਬਲ ਹੋਣਾ ਜ਼ਰੂਰੀ ਹੈ। ਇਫ ਯੂ ਆਰ ਵੇਅਰਿੰਗ ਅ ਨਾਈਸ ਸੂਟ, ਨਾਈਟ ਟਾਈ, ਨਾਈਟ ਸ਼ਰਟ, ਕੋਈ ਮਾੜਾ ਨਹੀਂ ਹੈ, ਚੰਗਾ ਆ। ਬਟ ਜੇ ਕਹੋ ਵੀ ਇਹੀ ਇਕੱਲਾ ਵੀਜ਼ਾ ਲੈ ਦੂਗਾ, ਇਦਾਂ ਵੀ ਨਹੀਂ ਹੈ। ਸੋ ਇਹ ਇੱਕ ਪੋਜ਼ਿਟਿਵਿਟੀ ਦਾ ਸੋਰਸ ਹੋ ਸਕਦਾ ਹੈ। ਸੋ ਬਹੁਤ ਸਾਰੇ ਲੋਕ ਬੱਚਿਆਂ ਨੂੰ ਨਾਲ ਨਹੀਂ ਲੈ ਕੇ ਜਾਂਦੇ, ਬੱਚੇ ਪੋਜ਼ਿਟਿਵਿਟੀ ਨਾਲ ਭਰੇ ਹੋਏ ਨੇ, ਇਹ ਖੱਪ ਕਰੂਗਾ, ਮੈਂ ਬਿਹਤਰ ਦੇ ਦੂੰਗਾ, ਇਹ ਗਲਤ ਹੈ। ਸਗੋਂ ਬੱਚੇ ਪੋਜ਼ਿਟਿਵਿਟੀ ਦਾ ਏਡਾ ਜ਼ਿਆਦਾ ਵੱਡਾ ਸੋਰਸ ਨੇ, ਉਹਨੂੰ ਨਾਲ ਲੈ ਕੇ ਜਾਇਆ ਕਰੋ ਇੰਟਰਵਿਊਜ਼ ਦੇ ਉੱਪਰ, ਕਿਉਂਕਿ ਸਾਨੂੰ ਅਜ਼ੰਪਸ਼ਨ ਮਿਲ ਜਾਂਦੀ ਹੈ ਕਿ 14 ਸਾਲ ਤੋਂ ਬੱਚੇ ਨੂੰ ਪਰਸਨਲੀ ਅਪੀਅਰ ਕਰਨ ਦੀ ਲੋੜ ਨਹੀਂ। ਸੋ ਲੋਕ ਕਈ ਲੈ ਕੇ ਨਹੀਂ ਜਾਂਦੇ, ਬਟ ਡੂ ਕੈਰੀ ਦਾ ਕਿਡਸ, ਬੱਚਿਆਂ ਨਾਲ ਲੈ ਕੇ ਜਾਓ। ਬੱਚੇ ਪੋਜ਼ਿਟਿਵਿਟੀ ਦਾ ਬਹੁਤ ਵੱਡਾ ਸੋਰਸ ਨੇ। ਸੋ ਇਹ ਇੰਟਰਵਿਊ ਹੀ ਪੂਰੀ ਪੋਜ਼ਿਟਿਵਿਟੀ ਦੇ ਆਧਾਰ ਤੇ ਹੈ। ਇਹ ਵੀ ਤਾਂ ਹੋ ਸਕਦਾ ਹੈ ਕਿ ਬੱਚਾ ਝੂਠ ਬੋਲ ਦੂਗਾ। ਛੋਟੇ ਬੱਚੇ ਦੀ ਦੇਖੋ, ਛੋਟੇ ਬੱਚੇ ਸਮਝ ਇੰਨੀ ਹੁੰਦੀ ਹੈ ਕਿ ਉਹ ਖੁਦ ਪੋਜ਼ਿਟਿਵਿਟੀ ਦਾ ਸੋਰਸ ਨੇ, ਔਰ ਝੂਠ ਕੀ ਬੋਲ ਦੇਣਗੇ। ਅਗਰ ਤੇ ਜ਼ਿਆਦਾ ਛੋਟਾ ਆ, ਉਹਦੀ ਸੁਣਵਾਈ ਨਹੀਂ ਹੋਣੀ ਜੀ, ਉਹ ਵਿਚਾਰਾ ਬੋਲਣ ਜੋਗਾ ਨਹੀਂ। ਅਗਰ ਵੱਡਾ ਹੋਏਗਾ, ਉਹ ਮਾਂ-ਬਾਪ ਦੀ ਕਹਿਣੇ 'ਚ ਆ ਜਾਂਦਾ, ਸਮਝ ਜਾਂਦਾ ਹੈ। ਜੀ ਜੀ। ਸੋ ਮੈਨੂੰ ਲੱਗਦਾ ਹੈ ਕਿ ਅੱਜ ਅਸੀਂ ਜਿੰਨੇ ਵੀ ਸਵਾਲ ਕੀਤੇ ਨੇ ਯੂਐਸਏ ਜਾਣ ਬਾਰੇ, ਇੰਟਰਵਿਊ ਦੇ ਬਾਰੇ 'ਚ ਜੋ ਵੀ ਤੁਹਾਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਉਹਦਾ ਤੁਸੀਂ ਕਿਵੇਂ ਆਨਸਰ ਦੇਣਾ ਹੈ, ਕਿਵੇਂ ਉਸ ਚੀਜ਼ ਨੂੰ ਸੰਭਾਲਣਾ ਹੈ, ਸੋ ਉਹਦੇ ਬਾਰੇ ਸਾਰੇ ਜਿਹੜੇ ਸਵਾਲ ਜਵਾਬ ਨੇ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਅਗਲੀ ਵਾਰ ਜਦ ਤੁਸੀਂ ਆਪਣੀ ਫਾਈਲ ਲਾਉਂਦੇ ਹੋ ਯੂਐਸਏ ਜਾਣ ਵਾਸਤੇ, ਤਾਂ ਤੁਸੀਂ ਵਾਕਈ ਆਪਣੀ ਤਿਆਰੀ ਕਰਕੇ ਜਾਂਦੇ ਹੋ। ਸੋ ਮੈਨੂੰ ਲੱਗਦਾ ਹੈ ਇੰਨੇ ਹੀ ਸਵਾਲਾਂ ਦੇ ਨਾਲ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਅਗਲੀ ਵਾਰ ਨਵੇਂ ਸਵਾਲਾਂ ਦੇ ਨਾਲ ਤੇ ਨਵੇਂ ਜਵਾਬ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।